ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਧੰਨਵਾਦ ਸਾਰਿਆਂ ਦਾ ਜੀ। ਹੋਰ ਸੁਣਾਓ, ਸਿਹਤਾਂ ਠੀਕ ਨੇ? ਹਾਂ ਚਾਵਲਾ ਸਾਹਿਬ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਪਟਿਆਲਾ ਆਮ ਆਦਮੀ ਪਾਰਟੀ ਵਿੱਚ ਨਾ ਬੜਾ ਮੈਨੂੰ ਨਾ ਅਚਾਨਕ ਹੀ ਮੇਰੇ ਧਿਆਨ 'ਚ ਖਬਰ ਆਈ। ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਦਿਨੀ ਇੱਕ ਪੁਰਾਣੇ ਆਗੂ ਨੂੰ ਇੱਕ ਦੂਜੇ ਆਗੂ ਵੱਲੋਂ ਇਸ ਕਰਕੇ ਕੁੱਟਤਾ ਕਿ ਉਹ ਦਾਅਵੇਦਾਰ ਸੀ ਉਮੀਦਵਾਰੀ ਦਾ। ਹਾਂ, ਕਾਫੀ ਰੌਲਾ ਰੱਪਾ ਪਿਆ। ਟੰਗਾਂ ਤੋੜਤੀਆਂ, ਉਹਦੇ ਸਿਰ ਤੇ ਗੱਡੀ ਚੜਾਤੀ, ਬੜਾ ਬੇਹੋਸ਼ ਪਿਆ ਅਮਰਾ ਹਸਪਤਾਲ ਪਟਿਆਲਾ ਦੇ ਵਿੱਚ। ਤੇ ਪਾਤਲਾਂ ਦਾ ਮਾਮਲਾ ਹੈਗਾ ਚਾਵਲਾ ਸਾਹਿਬ। ਤੇ ਉਹ ਬੰਦੇ ਧਮਕੀਆਂ ਦੇਣ ਲੱਗ ਰਹੇ ਨੇ ਵਿੱਚ ਵੀਡੀਓ ਪਾ ਕੇ ਵੀ ਆਹ ਨਿਕਲ ਬਾਹਰ, ਤੈਨੂੰ ਹੁਣ ਇੱਕ ਦਾ ਵੱਡਿਆ ਦੂਜੇ ਨੂੰ ਦੇਖਾਂਗੇ। ਕਿਆ ਬਾਤ। ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦਾ ਕਲਚਰ ਸਾਹਮਣੇ ਆ ਗਿਆ। ਇਹਨੂੰ ਕਹਿੰਦੇ ਆਮ ਬੰਦਾ, ਆਮ ਆਦਮੀ। ਹਾਂ, ਤੇ ਬੜਾ ਕੁਝ ਪੁੱਛਿਆ ਸੰਧਮਾ ਸਾਹਿਬ ਤੁਸੀਂ ਦੱਸੋ ਇਸ ਮਾਮਲੇ 'ਚ। ਉਹ ਕਹਿੰਦਾ ਵੀ ਅੰਦਰੋਂ ਗੱਤੀ ਗੱਲ ਆਫ ਦੀ ਰਿਕਾਰਡ, ਕਹਿੰਦਾ ਏਦਾਂ ਤਾਂ ਹੁਣ ਕੋਈ ਕੀੜੇ ਮਕੌੜੇ, ਚੰਗੇ ਮੰਦੇ, ਸ਼ੇਰ ਗਿੱਦੜ ਤਾਂ ਪਾਰਟੀ ਸ਼ਾਮਲ ਹੁੰਦੇ ਰਹਿੰਦੇ ਹੁੰਦੇ ਆ। ਜਿਵੇਂ ਖੱਟੜ ਸਾਹਿਬ ਕਹਿੰਦੇ ਨੇ ਕਿ ਮਰਨ ਵਾਲਿਆਂ ਦੇ ਅੰਕੜਿਆਂ ਦੇ ਨਾਲ ਮਰਨ ਵਾਲਿਆਂ ਥੋੜੀ ਵਾਪਸ ਆ ਜਾਣਾ, ਵਾਪਸ ਨਹੀਂ ਆ ਜਾਂਦਾ। ਸੀਜੇ ਮਾਰਤੇ ਰਾਜ਼ੋ ਵੀ ਮੀਟਰ ਬੈਂਡ ਦੋਸਤੋ, ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਮੇਰੇ ਨਾਲ ਇਸ ਵਕਤ ਸਰਦਾਰ ਗੁਰਨਾਮ ਸਿੰਘ ਜੀ ਅਕੀਦਰ। 29 ਅਪ੍ਰੈਲ 1986 ਸ੍ਰੀ ਹਰਿਮੰਦਰ ਸਾਹਿਬ ਤੇ ਉਹਦੇ ਸਾਹਮਣੇ ਦਰਸ਼ਨੀ ਜੋੜੀ ਬਹੁਤ ਸਾਰਿਆਂ ਨੂੰ ਯਾਦ ਆ ਗਈ ਹੋਗੀ। ਤੇ ਉਸ ਦਰਸ਼ਨੀ ਜੋੜੀ ਤੇ ਖਾਲਸਾਈ ਨਿਸ਼ਾਨ ਖਾਲਿਸਤਾਨ ਜਿੰਦਾਬਾਦ ਬੜੀ ਵੱਡੀ ਤਾਦਾਦ ਦੇ ਵਿੱਚ ਯੂਥ ਨੇ ਖਾਲਿਸਤਾਨ ਦਾ ਐਲਾਨਨਾਮਾ ਪਾਸ ਕੀਤਾ। ਖਾਲਿਸਤਾਨ ਦਾ ਐਲਾਨਨਾਮਾ, ਉਹਦੇ 35 ਵਰ੍ਹੇ ਪੂਰੇ ਹੋਏ ਨੇ। ਕੀ ਖੱਟਿਆ ਤੇ ਕੀ ਗਵਾਇਆ? ਕੀ ਲੱਗਦਾ ਤੁਹਾਨੂੰ ਹੈ ਜੇ ਪੱਤਰਕਾਰ ਹੋਣ ਦੇ ਨਾਤੇ ਕਿ ਇਹ ਜਿਹੜਾ ਖਾਲਿਸਤਾਨ ਦਾ ਉਸ ਵਕਤ ਐਲਾਨ ਹੋਇਆ ਸੀ, ਕਿੰਨਾ ਕਿਸ ਨੂੰ? ਵੈਸੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਉਹਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ, ਸੱਚੇ ਦਿਲੋਂ ਜੁੜੇ ਹੋਏ ਨੇ, ਤਨ ਮਨ ਧਨ ਦੇ ਨਾਲ ਜੁੜੇ ਹੋਏ ਨੇ, ਆਪਾ ਵਾਰਨ ਵਾਲੇ ਵੀ ਜੁੜੇ ਹੋਏ ਨੇ, ਉਹ ਲੱਗੇ ਹੋਏ ਨੇ। ਪਰੰਤੂ ਖਾਲਿਸਤਾਨ ਦੇ ਇਸ ਨਾਂ ਹੇਠ ਬੜਿਆਂ ਨੇ ਆਪਣੀਆਂ ਰੋਟੀਆਂ ਸੇਕੀਆਂ ਨੇ, ਬੜੇ ਸੇਕ ਰਹੇ ਨੇ। ਅਤੇ ਉਹਨਾਂ ਨੂੰ ਸ਼ਾਇਦ ਗੱਲਬਾਤ ਗਵਾਰਾ ਨਹੀਂ ਲੱਗਣੀ, ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲਿਆਂ ਦੇ ਨਾਲ ਪੰਨੇ ਮਰੋੜ ਕੇ ਰੱਖੇ ਹੋਏ ਨੇ, ਕਿਸੇ ਵੇਲੇ ਜਵਾਬ ਵੀ ਦੇਣੇ ਪੈਂਦੇ ਨੇ। ਉਹ ਐਲਾਨਨਾਮਾ 29 ਅਪ੍ਰੈਲ 1986, 35 ਵਰ੍ਹੇ ਹੋ ਗਏ ਨੇ। ਕੀ ਖੱਟਿਆ, ਕੀ ਗਵਾਇਆ? ਕੀ ਲੱਗਦਾ ਤੁਹਾਨੂੰ? ਕੀ ਕਹਿਣਾ ਚਾਹੋ? ਭਲਕੇ ਹੋਣਾ ਜੀ ਦਿਨ ਹੈਗਾ ਚਾਵਲਾ ਸਾਹਿਬ। ਇੱਕ ਨਾ ਆਗੂ ਹੈਗੇ ਨੇ, ਖਾਲਿਸਤਾਨੀ ਆਗੂ ਨੇ, ਆਪਣੀ ਗੱਡੀ ਦੇ ਵੀ ਖਾਲਿਸਤਾਨ ਦਿਖਾਏ ਲਿਖਦੇ ਆ, ਉਹ ਤਿੰਦਰਪਾਲ ਸਿੰਘ। ਉਹਨਾਂ ਦੀ ਇੱਕ ਨਿੱਕੀ ਜਿਹੀ ਘਟਨਾ ਹੋ ਗਈ ਹੈ, ਤਾਂ ਲੰਬੀ ਘਟਨਾ, ਪਰ ਮੈਂ ਛੋਟੀ ਜਿਹੀ ਕਰਕੇ ਸੁਣਾਊਂ ਉਹਨੂੰ। ਉਸ ਨੂੰ ਇੱਕ ਬਿਆਨ ਸਿੱਖਾਂ ਦੇ ਖਿਲਾਫ ਇੱਕ ਬਿਆਨ ਦੇਣ ਵਾਸਤੇ, ਅੱਤਵਾਦੀਆਂ ਦੇ ਖਿਲਾਫ, ਇੱਕ ਖਾਲਸਾ ਦੇ ਖਿਲਾਫ ਇੱਕ ਬਿਆਨ ਦੇਣ ਵਾਸਤੇ ਕਿਹਾ ਗਿਆ ਸੀਗਾ। ਤੇ ਉਸ ਦੇ ਨਾਂ ਤੇ 2 ਕੋਠੀਆਂ ਸਰਕਾਰੀ ਕਰਤੀਆਂ ਗਈਆਂ ਸੀਗੀਆਂ ਤੇ 2 ਕਰੋੜ ਰੁਪਇਆ ਵਾਈਟ ਦੇ ਖਾਤੇ 'ਚ ਪੈ ਗਿਆ ਸੀਗਾ। ਤੇ ਇਹ ਉਹਦੇ ਵਿੱਚ ਜਿਹੜਾ ਮਲੋਏ ਦਾ ਕਿਤਾਬ ਆ, ਉਹਦੇ ਵਿੱਚ ਲਿਖਿਆ ਜ਼ਿਕਰ ਆਉਂਦਾ ਹੈ। ਤੇ ਉਹ ਪੈ ਗਿਆ ਸੀਗਾ, ਇੱਕ ਬਿਆਨ ਦੇਣਾ ਸੀਗਾ। ਤੇ ਉਸਨੇ ਬਿਆਨ ਦੇਣ ਦੀ ਬਜਾਏ ਸਗੋਂ ਮੀਡੀਆ ਇਕੱਠਾ ਕਰਕੇ ਕਿਹਾ ਕਿ ਸਿੱਖਾਂ ਨੂੰ ਏਦਾਂ ਖਰੀਦਦੇ ਆ। ਕਿਹੜੀ ਕਿਤਾਬ 'ਚ ਜ਼ਿਕਰ ਆਉਂਦਾ ਹੈ? ਖੁੱਲੇ ਤੇਜ਼ ਤੁਹਾਡੇ ਕੋਲ ਹੈਗੀ ਕਿਤਾਬ? ਓਪਨ ਸੀਕ੍ਰੇਟ ਦੀ, ਮੈਂ ਉਹੀ ਕਹਾਂ, ਓਪਨ ਸੀਕ੍ਰੇਟ ਕੋਲ। ਉਹਨੇ ਤੇ ਬੜੇ ਮਹਾਰਥੀ ਨੰਗੇ ਕੀਤੇ ਨੇ। ਹਾਂਜੀ, ਬੜੇ। ਤੇ ਉਹ ਏਜੰਸੀਆਂ ਏਦਾਂ ਕਰਦੀਆਂ ਨੇ। ਭਾਵੇਂ ਕਿ ਤਿੰਦਰਪਾਲ ਨੂੰ ਇੱਕ ਦਿਨ ਲੈ ਆਵਾਂਗੇ ਨਾਲ, ਤਿੰਦਰਪਾਲ ਨੂੰ ਲੈ ਲਿਓ ਵਿੱਚ, ਤਾਂ ਬੜੇ ਦੱਸਿਆ ਕਹਾਣੀਆਂ ਦੀਆਂ। ਹਾਂ, ਮੈਂ ਉਹ ਇੱਕ ਘਟਨਾ ਲੰਬੀ ਹੋ ਜਾਏਗੀ। ਉਸ ਘਟਨਾ ਤੋਂ ਬਾਅਦ ਫਿਰ ਇੱਕ ਹੋਰ ਲੀਡਰ ਨੂੰ ਪੱਟਿਆ ਏਜੰਸੀਆਂ ਨੇ, ਤੇ ਨਾਂ ਲੈਣਾ ਮੈਂ ਠੀਕ ਸਮਝਿਆ। ਇੱਥੇ ਇੱਕ ਬਹੁਤ ਵੱਡਾ ਲੀਡਰ ਉਹ ਵੀ, ਤੇ ਉਹ ਵੀ ਖਾਲਿਸਤਾਨ ਦਾ ਲੀਡਰ ਹੈਗਾ। ਤੇ ਉਸ ਦਾ ਨਾਂ ਆਇਆ ਤੇ ਉਸ ਨੂੰ ਫਿਰ ਬੜੇ ਵੱਡੇ ਪਹਾੜਾਂ ਦੇ ਵਿੱਚ ਫਾਰਮ ਅਲਾਟ ਹੋਏ ਸੀਗੇ। ਤੇ ਇਸੇ ਤਰ੍ਹਾਂ ਇੱਕ ਹੋਰ ਵੱਡੇ ਲੀਡਰ ਦਾ ਨਾਂ ਵਿੱਚ ਆਇਆ, ਜਿਹੜੇ ਕਿ ਮੁੱਖ ਮੰਤਰੀ ਰਹਿ ਚੁੱਕੇ ਆ ਸਾਡੇ ਪੰਜਾਬ ਦੇ ਕਈ ਵਾਰੀ। ਉਹਨਾਂ ਦਾ ਜ਼ਿਕਰ ਵੀ ਯਾਦ। ਉਹਨਾਂ ਨੇ ਫਿਰ ਕਿੱਦਾਂ ਏਜੰਸੀਆਂ ਦੇ ਨਾਲ ਮਿਲ ਕੇ ਕਿੱਦਾਂ ਇਹ ਸੌਦਾ ਕੀਤਾ ਕਿ ਸਾਡੀ ਸਰਕਾਰ ਰਹਿਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਜਿੱਦਾਂ ਤੁਸੀਂ ਕਹੋਗੇ ਅਸੀਂ ਕਰਦੇ ਰਹਾਂਗੇ। ਤੇ ਇਹ ਤਾਂ ਹੋਰ ਬੜੇ ਖਤਰਨਾਕ ਨੇ। ਤੇ ਹੁਣ ਗੱਲ ਕੀ ਵੀ ਸਿੱਖੀ ਨੂੰ ਢਾਹ ਲਾਉਣ ਵਾਸਤੇ ਜਿਹੜੇ ਸਿਆਸੀ ਲੋਕਾਂ ਨੇ ਖਾਲਿਸਤਾਨ ਐਲਾਨਨਾਮੇ ਦਾ ਜੋ ਜਲੂਸ ਕੱਢਿਆ ਨਾ ਲੋਕਾਂ ਨੇ, ਕਲਬੂਤ ਬਚ ਗਿਆ ਚਾਵਲਾ ਸਾਹਿਬ। ਰੂਹ ਜਿਹੜੀ ਹੈਗੀ ਆ ਕਿਧਰੇ ਚਲੀ ਗਈ ਆ, ਉਹਨੂੰ ਫੜ ਕੇ ਕੁਝ ਲੋਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਖਾਲਸੇ ਮੁੜ ਕੇ ਫੇਰ ਉਹ ਰੂਹ ਪੈ ਜਾਵੇ। ਕਲਬੂਤ ਨਾ ਰਹੇ, ਥੋੜਾ ਤੋੜੀਏ ਆਪਾਂ ਇਹਨੂੰ। 5 ਕੱਕੇ ਸਾਨੂੰ ਬਹੁਤ ਪਿਆਰੇ,
ਛੇਵਾਂ ਕੱਕਾ ਏ ਪਿਆਰਾ ਖੜਾ ਸਾਨੂੰ, ਸੱਤਵਾਂ ਕੱਕਾ ਏ ਕੁਰਸੀ ਖਾਲਸਾ ਜੀ ਜਿਹੜੀ ਆਪਸ ਵਿੱਚ ਰਹੀ ਲੜਾ ਸਾਨੂੰ, ਅੱਠਵਾਂ ਕੱਕਾ ਏ ਕਾਰ ਖਾਲਸਾ ਜੀ ਜਿੱਥੇ ਚਾਹੋ ਦਿੰਦੀ ਪਹੁੰਚਾ ਸਾਨੂੰ, ਨੌਵਾਂ ਕੱਕਾ ਏ ਕੋਠੀ ਖਾਲਸਾ ਜੀ ਚੰਡੀਗੜ੍ਹ ਪਾਉਣ ਦਾ ਚਾਹ ਸਾਨੂੰ। ਜਦੋਂ ਇਹੋ ਜਿਹੀਆਂ ਗੱਲਾਂ ਸਾਡੀਆਂ, ਜਦੋਂ ਇਹੋ ਜਿਹੀਆਂ ਗੱਲਾਂ ਸਾਡੇ ਕੋਲੇ ਵਿੱਚ ਪ੍ਰਵੇਸ਼ ਕਰ ਗਈਆਂ, ਜਦੋਂ ਸਵਾਰਥ ਸਿੱਖੀ ਪ੍ਰਵੇਸ਼ ਕਰ ਗਿਆ, ਉਦੋਂ ਫਿਰ ਜਿਹੜਾ ਕਲਬੂਤ ਰਹਿਣਾ ਬਾਕੀ ਹੈ। 200 ਸਾਲ ਤੋਂ ਅੱਜ ਤੱਕ, ਮੈਂ ਲੰਗਾਹ ਤੱਕ ਕਹਿਣਾ, ਚਲੋ ਲੰਗਾਹ ਤੱਕ ਬਣਾ ਲਈਏ, 200 ਸਾਲ ਤੋਂ ਲੰਗਾਹ ਤੱਕ ਦਾ ਜੋ ਸਫ਼ਰ ਹੈਗਾ ਸਿੱਖੀ ਦਾ, ਉਹ ਆਪਣੇ ਆਪ ਨੂੰ ਸਾਨੂੰ ਦਿਖਾਉਂਦਾ ਆਪਣਾ ਵੀ ਸਿੱਖੀ ਦਾ ਜੋ ਮੂੰਹ ਹੈ ਕਿੱਥੇ ਖੜ ਗਿਆ ਸੀ, ਅਸੀਂ ਕਿਹੜੀ ਥਾਂ ਤੇ ਖੜੇ ਹਾਂ। ਖਾਲਸਾ ਦਾ ਐਲਾਨਨਾਮਾ ਜਿਹੜਾ ਹੈਗਾ ਉਹ ਹੈਗਾ, ਕੱਲ ਨੂੰ ਉਹਦੀ 35ਵੀਂ ਹੋਣੀ ਆ, ਜਿਹੜੀ 35 ਸਾਲ ਹੋ ਜਾਣਗੇ। ਪਰ ਚਾਵਲਾ ਸਾਹਿਬ, ਜੇਕਰ ਆਖੀ ਦੀ ਸਿੱਖੀ ਚ ਰਹਿ ਕੀ ਗਿਆ, ਇਹਨਾਂ ਸਿਆਸੀ ਲੋਕਾਂ ਨੇ ਜੋ ਖਤਮ ਕੀਤਾ, ਇਹ ਸਿੱਖੀ ਦੀ ਰੂਹ ਨੂੰ ਖਤਮ ਕੀਤਾ, ਕਿੱਦਾਂ ਇਹਨਾਂ ਨੇ ਗਹਿਣੇ ਪਾਇਆ ਸਾਰਾ ਸਿਸਟਮ ਆਪਣਾ ਪੰਜਾਬ ਦੀ ਸਿੱਖੀ ਨੂੰ, ਉਹ ਕਹਿਣ ਸੁਣ ਤੋਂ ਭਰਿਆ। ਇੱਥੇ ਤਾਂ ਐਲਾਨ ਕਰ ਜਾਂਦੇ ਆ ਕੇ ਇੱਥੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਹਿੰਦੂਤਵਾ ਵਾਲੇ ਬੰਦੇ ਭਾਗਣੇ ਵਾਲੇ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ ਮੁਸਲਮਾਨਾਂ ਦੀ ਬਾਣੀ ਕੱਢ ਦਿਓ, ਉਹ ਤਾਂ ਐਲਾਨ ਕਰ ਦਿੰਦੇ ਆ, ਇੱਥੇ ਕੱਢ ਦਿਓ, ਉਹ ਤਾਂ ਕਹਿ ਦਿੰਦੇ ਆ ਉਹਨੂੰ ਬਾਣੀ ਨੂੰ। ਬੜਾ ਕੁਛ ਚਾਵਲਾ ਸਾਹਿਬ ਹੋਇਆ ਤੇ ਉਹ ਬਰਦਾਸ਼ਤ ਤੋਂ ਬਾਹਰ ਹੈ। ਪਰ ਫਿਰ ਵੀ ਸਿੱਖ ਜਿਹੜੀ ਹੈਗੀ ਆ, ਸਿੱਖੀ ਗੁਰੂ ਨਾਨਕ ਪਾਤਸ਼ਾਹ ਸਿੱਖੀ, ਗੁਰੂ ਗੋਬਿੰਦ ਸਿੰਘ ਸਿੱਖੀ ਰਹਿਣੀ ਚਾਹੀਦੀ ਤੇ ਰਹੇਗੀ ਚਾਵਲਾ ਸਾਹਿਬ। ਜਿਹੜੇ ਅਸਲੀ ਦਿਲੋਂ ਲੱਗੇ ਹੋਏ ਨੇ, ਧੁਰ ਅੰਦਰੋਂ ਸੱਚੇ ਦਿਲ ਦੇ ਨਾਲ ਲੱਗੇ ਹੋਏ ਨੇ ਇਸ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ, ਜਿਨ੍ਹਾਂ ਦਾ ਨਿਸ਼ਾਨਾ ਹੈ ਉਹ ਆਪਣੀਆਂ ਜਿਹੜੀਆਂ ਨੇ ਕੁਰਬਾਨੀਆਂ ਵੀ ਕਰਦੇ ਨੇ। ਕੁਰਬਾਨੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਕਿ ਜਾਨ ਦੇ ਦੇਣਾ ਕੁਰਬਾਨੀ, ਉਹਦੇ ਵਾਸਤੇ ਲਗਾਤਾਰ ਸਾਲੋ ਸਾਲੀ ਮਿਹਨਤ ਕਰਨੀ, ਇਹ ਵੀ ਇੱਕ ਕੁਰਬਾਨੀ ਹੈ। ਲੱਗੇ ਰਹਿਣਾ ਆਪਣੇ ਨਿਸ਼ਾਨੇ 'ਤੇ ਪਹੁੰਚਣ ਵਾਸਤੇ। ਉਹਨਾਂ ਨੂੰ ਸਜਦਾ ਕਰਦੇ ਹਾਂ ਜੀ, ਉਹਨਾਂ ਦਾ ਸੁਪਨਾ ਜੋ ਹੈ, ਪਰੰਤੂ ਉਹਨੂੰ ਢਾਹ ਲਾਉਣ ਵਾਲਿਆਂ ਲਈ ਉਹਦੇ ਜਿਹੜੇ ਬਗਲੇ ਭਗਤ ਸਨ, ਉਹਨਾਂ ਦੇ ਚਿਹਰੇ ਜਿਹੜੇ ਨੇ, ਜਿਵੇਂ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ ਹੈ ਜਾਂ ਉਹ ਸੰਧੂ ਸਾਹਿਬ ਦੀ ਜਿਹੜੀ ਕਿਤਾਬ ਆਈ ਉਹਦੇ ਵਿੱਚ ਬੜੇ ਖੁਲਾਸੇ ਹੁੰਦੇ ਨੇ। ਸੋ ਕਾਲਡ ਜਿਹੜੇ ਨੇ, ਹਾਂਜੀ ਨਕਲੀ, ਹਾਂਜੀ ਇਹ ਜੇ ਨਕਲੀ ਖਾਲਿਸਤਾਨੀ ਟੋਕਰਾ ਜੇਕਰ ਉਹਨਾਂ ਦੇ ਸਿਰ 'ਤੇ ਹੈ ਲਾਹਨਤ ਦਾ, ਅਤੇ ਜਿਹੜੇ ਅਸਲੀ ਨੇ, ਜਿਹੜੇ ਆਪਣੇ ਨਿਸ਼ਾਨੇ ਦੀ ਮੰਜ਼ਿਲ ਨੂੰ ਲੈ ਕੇ ਚੱਲੇ ਹੋਏ ਨੇ, ਹਾਂਜੀ ਪਿਓਰ ਨੇ, ਦਿਲੋਂ ਲੱਗੇ ਹੋਏ ਨੇ, ਉਹਨਾਂ ਨੂੰ ਅਸੀਂ ਮਤਲਬ ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ 35 ਵਰ੍ਹੇ ਉਹਨਾਂ ਨੇ ਜਿਹੜਾ ਹੈ ਇਹਦਾ ਇੰਤਜ਼ਾਰ ਕੀਤਾ ਹੈ, ਜੇ ਪਤਾ ਨਹੀਂ ਹੋਰ ਕਿੰਨਾ ਕਰਨਾ ਪੈਣਾ। ਸੋ ਉਹ ਜਿਹੜੇ ਨੌਜਵਾਨ ਨੇ, ਬਜ਼ੁਰਗ ਹੋ ਚੁੱਕੇ ਨੇ, ਜਾਂ ਜਿਹੜੇ ਕਈ ਹੰਭ ਕੇ ਘਰੇ ਬਹਿ ਗਏ ਨੇ, ਉਹ ਅਜੇ ਵੀ ਉਹਨਾਂ ਦਾ ਸੁਪਨਾ ਹੈ ਖਾਲਿਸਤਾਨ ਦਾ। ਕੀ ਖੱਟਿਆ, ਕੀ ਪਾਇਆ, ਅਸੀਂ ਉਹਨਾਂ ਦੇ ਲਈ ਨਹੀਂ, ਜਿਹੜੇ ਅਸਲੀ ਨੇ ਉਹਨਾਂ ਨੂੰ ਵੀ, ਉਹਨਾਂ ਦੀ ਕੁਰਬਾਨੀਆਂ ਨੂੰ ਵੀ ਸਜਦਾ। ਉਹਨਾਂ ਨੇ ਜੋ ਆਪਣੇ ਮਨ ਦੇ ਸੁਪਨੇ ਲਏ ਨੇ ਉਹਨਾਂ ਦਾ ਨਹੀਂ ਹੈ। ਇਹ ਉਹਨਾਂ ਦੀ ਗੱਲ ਹੋਈ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਅਰੇ ਲਾ ਕੇ ਆਪਣੀਆਂ ਕੁਰਸੀਆਂ ਪੱਕੀਆਂ ਕਰਦੇ ਰਹੇ, ਆਪਣੇ ਧੀਆਂ ਪੁੱਤਾਂ ਦੀਆਂ ਕੁਰਸੀਆਂ ਪੱਕੀਆਂ ਕਰਦੇ ਰਹੇ। ਜਿਵੇਂ ਤੁਸੀਂ ਕੋਠੀਆਂ ਕਾਰਾਂ ਦੀ ਗੱਲ ਕੀਤੀ ਹੈ, ਮਲਾਇ ਕ੍ਰਿਸ਼ਨਧਰ ਦੀ ਕਿਤਾਬ ਲੈ ਲਓ, BS ਸੰਧੂ ਦੀ ਕਿਤਾਬ ਲੈ ਲਓ, ਕਿੱਥੇ ਜਾ ਕੇ ਇਹਨਾਂ ਦੇ, ਹਾਂਜੀ ਬਹੁਤ ਕੁਝ ਉਸ ਸਮੇਂ ਦੇ ਵਿੱਚ ਲੋਕਾਂ ਨੇ ਹੰਡਾਇਆ, ਬਹੁਤ ਕੁਝ ਸੰਤਾਪ ਜਿਹੜਾ ਹੈ ਉਹ ਹੰਡਾਇਆ, ਅਜੇ ਵੀ ਕਈ ਹੰਡਾ ਰਹੇ ਨੇ। ਹਾਂਜੀ ਅਜੇ ਵੀ ਚੁੱਲ੍ਹੇ ਜਿਹੜੇ ਨੇ ਉਹ ਤਪੇ ਨਹੀਂ ਹਨ, ਪਰੰਤੂ ਇਹਨਾਂ ਕੁਝ ਲੋਕਾਂ ਨੇ ਇਹਦੇ ਨਾਂ ਹੇਠਾਂ ਆਪਣਾ, ਜਿਵੇਂ ਤੁਸੀਂ ਦੱਸਿਆ ਕਿ ਵੱਡੇ ਵੱਡੇ ਕਾਰੋਬਾਰ ਜਿਹੜੇ ਨੇ ਲਏ ਨੇ, ਬਣਾ ਵੀ ਲਏ ਨੇ ਉਹਦੀ ਆੜ ਹੇਠ। ਹਾਂਜੀ ਬਹੁਤ ਕੁਝ ਨੁਕਸਾਨ। ਬਿਲਕੁਲ। ਸੋ 35 ਵਰ੍ਹੇ ਦਾ, ਅੱਜ ਤੋਂ 35 ਵਰ੍ਹੇ ਪਹਿਲਾਂ ਜਿਵੇਂ ਤੁਸੀਂ ਕਹਿ ਰਹੇ ਹੋ, ਇਹ ਸੀਨ ਯਾਦ ਆ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲਲਕਾਰਿਆ ਅਤੇ ਨਵਜੋਤ ਸਿੱਧੂ ਨੇ ਕੈਪਟਨ ਨੂੰ ਲਲਕਾਰਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਕਾਫੀ ਗਰਮ ਰਿਹਾ ਕਰਨਗੀਆਂ। ਸਿੱਧੂ ਦਾ ਆਇਆ ਮੋੜਵਾਂ ਜਵਾਬ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਕੀ ਹੈਗਾ ਸਿਆਸਤ ਜਿਹੜੀ ਹੈਗੀ ਹੈ ਨਾ, ਕਈ ਵਾਰ ਨਾ ਆਪਣੇ ਆਪ ਨੂੰ ਅਸੀਂ ਚਰਚਾ ਕਰਦੇ ਹੋ ਵੀ ਥੋੜਾ ਅਸੀਂ ਛੋਟੇ ਮਹਿਸੂਸ ਕਰਨ ਲੱਗਦੇ ਨੇ ਆਪਣੇ ਆਪ ਨੂੰ। ਕੈਪਟਨ ਅਮਰਿੰਦਰ ਸਿੰਘ ਵਰਗਾ ਵੱਡਾ ਬੰਦਾ ਹੈਗਾ ਤੇ ਉਸ ਦੇ ਨਾਲ ਨਵਜੋਤ ਸਿੱਧੂ ਗੱਲ ਕਰਦਾ। ਵਿਰੋਧਤਾ ਜਿਹੜੀ ਹੁੰਦੀ ਹੈ ਨਾ, ਵਿਰੋਧ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿਹੜੀ ਵਿਰੋਧਤਾ ਹੁੰਦੀ ਹੈ ਵਿਕਾਸ ਦਾ ਕਾਰਨ ਬਣ ਜਾਂਦੀ ਹੈ। ਵਿਰੋਧਤਾ ਅੱਛੀ ਗੱਲ ਹੋਣੀ ਚਾਹੀਦੀ ਹੈ ਕਿਸੇ ਬੰਦੇ ਦੀ, ਉਹ ਸਾਰੂ ਵਿਰੋਧਤਾ ਚੰਗੀ ਗੱਲ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਸਿੱਖ ਦੇ ਉੱਪਰ ਸਵਾਲ ਉਠਾਏ ਨੇ ਤੇ ਉਹ ਕਿਉਂ ਰੱਦ ਕੀਤੀ ਗਈ ਆ ਰਿਪੋਰਟ, ਇਹ ਸਵਾਲ ਉਠਾਏ ਨੇ ਨਵਜੋਤ ਸਿੱਧੂ ਨੇ। ਇਹ ਕੋਈ ਮਾੜੀ ਗੱਲ ਥੋੜਾ ਕੀਤੀ ਆ। ਵਿਰੋਧ 'ਚ ਉਹਨੂੰ ਬੁਲਾਉਣਾ ਚਾਹੀਦਾ ਵੀ ਹਾਂ ਆਪਾਂ ਗੱਲ ਕਰੀਏ, ਕਿੱਦਾਂ ਕੱਟ ਕਰੀਏ ਇਹਨੂੰ ਕੰਮ ਨੂੰ। ਤੁਹਾਡੇ MLA, ਤੁਹਾਡੇ ਮੰਤਰੀ ਅਸਤੀਫੇ ਦੇ ਜਾਂਦੇ ਆ, ਤੁਹਾਡੇ ਸਾਹਮਣੇ ਤੁਹਾਡੇ ਵਧਾ ਕੇ ਤੁਹਾਨੂੰ ਸਟੀਅਰ ਮਾਰਦੇ ਆ ਤੇ ਹੋਰ ਤੁਹਾਡੇ ਆਗੂ ਬੋਲਦੇ ਆ। ਨਵਜੋਤ ਸਿੱਧੂ ਜੇ ਬੋਲ ਗਿਆ ਤਾਂ ਉਹਦੀ ਵਿਰੋਧਤਾ ਦੇ ਵਿੱਚ ਤੁਸੀਂ
ਆਪਣੇ ਆਪ ਹੀ ਕਹਿਤਾ ਕਿ ਆ ਜਾ ਫਿਰ ਪਟਿਆਲੇ ਚੋਣ ਲੜ ਮੇਰੇ ਨਾਲ, ਜੇ ਤੇਰਾ ਜਰਨਲ ਜੇਜੂ ਸਿੰਘ ਦਾ ਹਾਰ ਨਾ ਕਰਦਾ ਤਾਂ ਕਹਿ ਦੀ, ਤੇਰਾ ਜੀ ਕਰਦਾ ਕਿਤੇ ਹੋਰ ਜਾਣ ਨੂੰ। ਵੈਸੇ ਤਾਂ ਆਮ ਆਦਮੀ BJP ਦਾ ਤੂੰ ਗਾਲਾਂ ਕੱਢ ਕੇ ਆਇਆ, ਉੱਥੇ ਤੂੰ ਨਹੀਂ ਜਾ ਸਕਦਾ, ਤੇ ਅਕਾਲੀ ਦਲ ਵਾਲੇ ਤੈਨੂੰ ਵੈਸੇ ਨਵੇਂ ਲੱਗਣੇ ਹੁੰਦੇ। ਆਮ ਆਦਮੀ ਪਾਰਟੀ ਆ, ਦੇਖ ਤੂੰ ਉੱਥੇ ਵੀ ਤੇਰਾ ਠੀਕ ਲੱਗਦਾ ਮੈਨੂੰ, ਸੰਪਰਕ ਹੋ ਰਿਹਾ, ਤੂੰ ਕਿਹੜੀ ਪਾਰਟੀ ਜਾਣਾ ਚਾਹੁੰਦਾ ਚੱਲ ਜਾ, ਕੋਈ ਚੱਕਰ ਦੀ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਜਾ ਸਕਦਾ। ਤੇ ਇਹੋ ਜਿਹੀਆਂ ਗੱਲਾਂ ਕੈਪਟਨ ਸਾਹਿਬ ਕਰਦੇ ਆ। ਜਦੋਂ ਇੱਕ ਸ਼ਬਦ ਕੀਤਾ ਨਵਜੋਤ ਸਿੱਧੂ ਨੇ, ਮੈਂ ਕੈਪਟਨ ਸਾਹਿਬ ਦਾ ਕੋਈ ਵਿਰੋਧੀ ਨਹੀਂ ਹੈਗਾ, ਪਰ ਕੁਝ ਸਿਆਸੀ ਲੋਕਾਂ ਦੇ ਕੁਝ ਹੋਸ਼ੇਪਣ ਦੇ ਬਿਆਨ ਨੂੰ ਇਸ ਚਰਚਾ ਵਿੱਚ ਲਾਉਣਾ ਬਣਦਾ, ਹੋਸ਼ੇਪਣ ਦਾ ਬਿਆਨ ਕੈਪਟਨ ਸਾਹਿਬ ਦਾ। ਕੈਪਟਨ ਅਮਰਿੰਦਰ ਦਾ ਇੱਕ ਹੋਸਾ, ਨਾ ਤਾਂ ਉਹਨੇ ਗੱਲ ਕਹੀ ਆ ਇਹ, ਉਹਨੇ ਨਵਜੋਤ ਨੇ ਮੈਂ ਪਟਿਆਲੇ ਚੋਣ ਲੜੂੰਗਾ, ਨਾ ਉਹਨੇ ਗੱਲ ਇਹ ਆਖੀ ਆ ਪਟਿਆਲੇ ਚੋਣ ਲੜਾਂਗਾ, ਨਾ ਉਹਨੇ ਕਿਹਾ ਮੈਂ ਕਿਤੋਂ ਹੋਰ ਚੋਣ ਲੜੂੰਗਾ, ਤੇ ਉਹਨੇ ਦੋ ਗੱਲ ਨਹੀਂ ਕੀਤੀ। ਉਹਨੇ ਇੱਕ ਲੈਣ ਦਾ ਜਵਾਬ ਦਿੱਤਾ ਨਵਜੋਤ ਸਿੱਧੂ ਨੇ, ਜਿਹੜਾ ਕਿ ਬਾਹ ਕਮਾਲ ਹੈਗਾ। ਉਹ ਕਹਿੰਦਾ ਹੈ ਕਿ ਇਹ ਚੋਣ ਇੱਕ ਹਲਕੇ ਦੀ ਸੀਟ ਦੀ ਚੋਣ ਲੜਨ ਦਾ ਮਾਮਲਾ ਨਹੀਂ ਕੈਪਟਨ ਸਾਹਿਬ, ਇਹ ਪੂਰੇ ਪੰਜਾਬ ਦਾ ਮਾਮਲਾ। ਇੱਕ ਹਲਕੇ ਦੀ ਚੋਣ ਲੜਕੇ ਥੋੜਾ, ਮੈਂ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਇੱਕ ਹਲਕਾ ਹੈ ਸਰ ਪਟਿਆਲੇ ਚੋਣ ਲੜਨਾ ਵਾ, ਪਟਿਆਲੇ ਦੇ ਕਿਤੇ ਹਲਕੇ ਦੀ ਚੋਣ ਲੜਨ ਦਾ ਮਾਮਲਾ ਨਹੀਂ, ਪੂਰੇ ਪੰਜਾਬ ਦਾ ਮਾਮਲਾ ਜੀ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੈ, ਇਹ ਪੂਰੀ ਪੰਜਾਬੀਅਤ ਦਾ ਮਾਮਲਾ ਹੈਗਾ। ਇੱਕੋ ਲਾਈਨ ਚ ਕਿ ਉਹਨੇ ਨਵਜੋਤ ਨੇ ਪੂਰਾ ਦਾ ਪੂਰਾ ਸਿਸਟਮ ਤੈਅ ਕਰਤਾ ਵੀ ਇਹ ਅਸਲ ਵਿੱਚ ਤੁਸੀਂ ਪਟਿਆਲੇ ਚੋਣ ਲੜਾਉਣ ਦੀ ਗੱਲ ਕਰਦੇ ਹੋ। ਬਲਕਿ ਵੀ ਇਸ ਗੱਲ ਦੇ ਨਾਲ ਹੁਣ ਦੇਖੋ ਅੱਗੇ ਕੀ ਜਵਾਬ ਆਉਣਗੇ, ਕੈਪਟਨ ਸਾਹਿਬ ਕੀ ਜਵਾਬ ਦੇਣਗੇ, ਉਹ ਵੱਖਰੀ ਗੱਲ ਹੈ। ਇੱਕ ਨਵੇਂ ਤਰ੍ਹਾਂ ਦੀ ਸਿਆਸੀ ਰਣਨੀਤੀ ਤਿਆਰ ਹੋ ਰਹੀ ਹੈ, ਇੱਕ ਨਵੇਂ ਤਰ੍ਹਾਂ ਦੀ ਵਿਸਾਖ ਵਿਚ ਰਹੀ ਹੈ ਪੰਜਾਬ ਦੇ ਵਿੱਚ। ਤੁਹਾਨੂੰ ਨਹੀਂ ਲੱਗਦਾ ਕਿ ਸਿੱਧੂ ਦੀ ਜਿਹੜੀ ਲਲਕਾਰ ਆ ਖੁੰਡੇ ਵਾਲੇ ਬਾਬੇ ਨੂੰ ਜਿਹੜੀ ਹੈ ਉਹ ਅੰਦਰੋਂ ਅੰਦਰੀ ਕਿਤੇ ਹਿਲਾ ਗਈ ਹੈ? ਹਿਲਾਈ, ਬਿਲਕੁਲ ਹਿਲਾਈ ਹੈ। ਜਿਹੜੀ ਤੁਸੀਂ ਹੋਛਾਪਣ ਲਫ਼ਜ਼ ਵਰਤਿਆ ਹੈ, ਚਲੋ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਕਾਹਲੀ ਦੇ ਵਿੱਚ ਦਿੱਤਾ ਹੋਇਆ ਜਿਹੜਾ ਇਹ ਬਿਆਨ ਹੈ, ਮੈਨੂੰ ਲੱਗਦਾ ਸੋਸ਼ਲ ਨੈਟਵਰਕ ਮੀਡੀਆ ਤੇ ਜ਼ਿਆਦਾ ਉਹ ਫਾਰਮ ਹਾਊਸ 'ਚ ਬੈਠ ਕੇ ਤੇ ਉਹ ਉਂਗਲਾਂ ਮਾਰ ਕੇ ਵੇਖਦੇ ਨੇ ਵੀ ਕੀ ਕੀਤਾ, ਉਹਦੀ ਪੜਚੋਲ ਮਤਲਬ ਘੱਟ ਕੀਤੀ ਹੈ। ਸਿੱਧੂ ਨੇ ਬਿਆਨ ਨਹੀਂ ਦਿੱਤਾ, ਪਰੰਤੂ ਉਹਨਾਂ ਨੂੰ ਪਹਿਲਾਂ ਹੀ ਆਪਣਾ ਜਿਹੜਾ ਹੈ ਉਹ ਕੁਰਸੀ ਦੇ ਪਾਵੇ ਹਿਲਦੇ ਨਜ਼ਰ ਆਏ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਨਵਜੋਤ ਸਿੱਧੂ, ਆਪਾਂ ਕਿਸੇ ਦੇ ਫੈਨ ਨਹੀਂ ਹੈ, ਨਾ ਕੈਪਟਨ ਦੇ ਨਾ ਸਿੱਧੂ ਦੇ, ਆਪਾਂ ਤੇ ਗੱਲ ਕਰਨੀ ਹੈ ਐਜ ਏ ਮੀਡੀਆ ਸਪਸ਼ਟ ਤੇ ਕਲੀਅਰ, ਕਈਆਂ ਨੂੰ ਲੱਗੇ ਕਈਆਂ ਨੂੰ ਨਾ ਲੱਗੇ, ਗੱਲ ਵੱਖਰੀ ਹੈ। ਨਵਜੋਤ ਸਿੱਧੂ ਨੂੰ ਜਿਹੜਾ ਵਾ ਉਹ ਕੈਪਟਨ ਸਾਹਿਬ ਜੇ ਵਾਂਗੂ ਨਾ ਸਮਝਣ, ਇਹੀ ਕਿਹਾ ਹੈ ਨਾ ਉਹਨਾਂ ਨੇ। ਹਾਂਜੀ, ਬਿਲਕੁਲ, ਇਹ ਉਹ ਨਾ ਸਮਝਣ। ਸਿੱਧੂ ਆਪਣੇ ਆਪ ਦੇ ਵਿੱਚ ਇੱਕ ਸੈਲੀਬ੍ਰਿਟੀ ਵੀ ਆ, ਸਿੱਧੂ ਆਪਣੇ ਆਪ ਦੇ ਵਿੱਚ ਇੱਕ ਤੁਰਦਾ ਫਿਰਦਾ ਕੀ ਕਹਿ ਲਓ ਕਿ ਉਹਨੂੰ ਤੁਸੀਂ ਇਨਸਾਈਕਲੋਪੀਡੀਆ। ਉਹ ਜਿਹੜੀ ਤੁਸੀਂ ਗੱਲ ਵੇਖੋ ਨਾ, ਇੱਕ ਸਿੰਪਲ ਜੀ ਲਾਈਨ ਦੇ ਵਿੱਚ ਕਿੰਨਾ ਵੱਡਾ ਜਵਾਬ ਦਿੱਤਾ ਕਿ ਕੱਲੀ ਇੱਕ ਸੀਟ ਦਾ ਨਹੀਂ ਮਸਲਾ ਕੈਪਟਨ ਸਾਹਿਬ, ਪੰਜਾਬ ਦਾ ਮਸਲਾ ਹੈ। ਤੇ ਤੁਹਾਡੀਆਂ ਆਪਣੀਆਂ ਇੰਡੀਵਿਜੂਅਲ ਮੀਟਿੰਗ ਦੀਆਂ ਜਿਹੜੀਆਂ ਨੇ ਉਹ ਗਰਮਜੋਸ਼ੀ ਦੀਆਂ ਖਬਰਾਂ ਜਿਹੜੀਆਂ ਨੇ ਬਾਹਰ ਆ ਜਾਂਦੀਆਂ ਨੇ। ਪਹਿਲਾਂ ਕਾਲੀਆਂ ਦੀਆਂ ਆਉਂਦੀਆਂ ਹੁੰਦੀਆਂ ਸੀ ਕਿ ਆਪਸ ਵਿੱਚ ਇਹ ਜੁੱਤੀ ਹੋਏ, ਹਨਾ, ਪੁਰਾਣੇ ਸਮੇਂ ਦੇ ਵਿੱਚ। ਹੌਲੀ ਹੌਲੀ ਉਹਨਾਂ ਨੇ ਆਪਣਾ ਸੁਧਾਰ ਕਰ ਲਿਆ ਤੇ ਤੁਹਾਡੀਆਂ ਜਿਹੜੀਆਂ ਨੇ ਸਾਹਮਣੇ ਆਉਣ ਲੱਗ ਪਈ। ਇਹਦਾ ਮਤਲਬ ਤੁਹਾਡੇ ਜਿਹੜੇ ਨੇ ਮੈਂਬਰ MLA ਜਿਹੜੇ ਨੇ ਤੁਹਾਡੇ ਨਾਲ ਇੰਨਾ ਨਹੀਂ ਹਨ, ਉਹ ਸਿਰਫ ਅਤੇ ਸਿਰਫ ਮੌਕੇ ਦੀ ਜਿਹੜੀ ਹੈ ਨਜਾਕਤ ਨੂੰ ਵੇਖ ਰਹੇ ਨੇ ਵੀ ਕਦੋਂ ਕਿਹੜਾ ਬੰਦਾ ਅੱਗੇ ਲੱਗੇ ਤੇ ਸਾਨੂੰ ਮੌਕਾ ਮਿਲੇ। ਹਾਂਜੀ, ਮੌਕਾ ਮਿਲੇ। ਸੋ ਜਿੱਦਣ ਕੈਪਟਨ ਸਾਹਿਬ ਦੀ ਕੁਰਸੀ ਖਿਸਕਦੀ ਹੈ ਤੇ ਦੇਖਿਓ, ਹਾਂ ਪਿਛਲੇ ਵਾਰੀ ਕੀ ਹੋਇਆ ਸੀਗਾ, ਪਿਛਲੇ ਤੋਂ ਪਿਛਲੀ ਟਰਮ ਦੇ ਵਿੱਚ ਜਦੋਂ ਬਾਦਲ ਸਰਕਾਰ ਫੇਰ ਆਈ ਆ, ਉਦਣ ਤੁਹਾਡੇ ਪਟਿਆਲੇ ਦੇ ਵਿੱਚ ਮਹਾਰਾਜਾ ਦੇ ਪੈਲਸ ਦੇ ਵਿੱਚ ਦੀਵਾ ਵੀ ਨਹੀਂ ਜਗਦਾ, ਉਦਣ ਰਿਜ਼ਲਟ ਆਉਣ ਲੱਗਿਆ, ਯਾਦ ਆ ਨਾ? ਬਿਲਕੁਲ, ਹਾਂ, ਖੈਰ ਨਹੀਂ ਵੇ। ਹਾਂਜੀ, ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਜਵਾਬ ਦੇਵੇ ਕਿ ਵੈਕਸੀਨ ਦੀਆਂ ਕੀਮਤਾਂ ਵੱਖੋ-ਵੱਖ ਕਿਉਂ ਹਨ। ਸੁਪਰੀਮ ਕੋਰਟ, ਹਾਂ ਚਾਵਲਾ ਸਾਹਿਬ, ਸੁਪਰੀਮ ਕੋਰਟ ਕਦੀ ਲੱਗਦਾ ਨਾ ਕੁਝ ਵਕੀਲਾਂ ਨੇ ਨਾ ਕੁਝ ਜਿਹੜੇ ਵਕੀਲਾਂ ਨੇ ਕੋਈ ਇਹ ਗੱਲ ਆਖੀ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਉਹਨਾਂ ਨੂੰ ਜੋ ਹਾਈ ਕੋਰਟ ਦੇ ਫੈਸਲੇ ਆ ਰਹੇ ਆ ਨਾ ਕੋਰੋਨਾ ਦੇ ਮਾਮਲੇ 'ਚ, ਉਹ ਹਾਈ ਕੋਰਟ ਦੇ ਫੈਸਲਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਖਲ ਨਾ ਦੇਵੇ, ਕਿਉਂਕਿ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ। ਹਾਈ ਕੋਰਟਾਂ ਦੇ ਵਿੱਚ ਜੋ ਕਿ ਕੁਝ ਫੈਸਲੇ ਸੀਗੇ, ਜਿੱਦਾਂ ਲਖਨਊ ਦੇ ਵਿੱਚ ਫੈਸਲਾ ਹੋਇਆ ਸੀਗਾ, ਯੂਪੀ ਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਲੋਕਡਾਊਨ ਲੱਗਣਾ ਚਾਹੀਦਾ, ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਪ੍ਰਗਟਾ ਸੀਗਾ ਵੀ ਨਹੀਂ ਲੋਕਡਾਊਨ ਦੀ ਤਾਂ ਲੋੜ ਨਹੀਂ ਹੈਗੀ। ਏਦਾਂ ਦੇ ਜਿਹੜੇ ਹਾਈ ਕੋਰਟਾਂ ਦੇ ਵਿੱਚ ਫੈਸਲੇ ਹੁੰਦੇ ਆ,
ਉਹਨਾਂ ਨੂੰ ਸੁਪਰੀਮ ਕੋਰਟ ਦਖਲਅੰਦਾਜ਼ੀ ਨਾ ਕਰੇ। ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਹਾਈ ਕੋਰਟਾਂ ਦੇ ਫੈਸਲੇ ਸੀ, ਹਾਈ ਕੋਰਟਾਂ ਦੇ ਫੈਸਲੇ ਦਖਲਅੰਦਾਜ਼ੀ ਨਹੀਂ ਕਰਦੇ, ਪਰ ਬਹੁਤ ਖਤਰਨਾਕ ਮਹਾਮਾਰੀ ਚੱਲ ਰਹੀ ਆ, ਅਸੀਂ ਚੁੱਪ ਨਹੀਂ ਰਹਿ ਸਕਦੇ। ਸੁਪਰੀਮ ਕੋਰਟ ਨੇ ਕਹੀ ਗੱਲ, ਸਾਨੂੰ ਬੋਲਣਾ ਪੈਣਾ, ਕਿਉਂਕਿ ਇਹ ਵੱਡਾ ਮੁੱਦਾ ਹੈਗਾ, ਬੜੀ ਵੱਡੀ ਗੱਲ ਹੈਗੀ ਆ। ਵਧੀਆ ਗੱਲ ਹੈ ਸੁਪਰੀਮ ਕੋਰਟ ਦੀ, ਮਾਨਯੋਗ ਸੁਪਰੀਮ ਕੋਰਟ ਦੀ। ਉਹਨੇ ਕਿਹਾ ਕਿ ਵੱਖੋ ਵੱਖਰੀਆਂ ਕੀਮਤਾਂ ਕਿਉਂ ਨੇ, 150 ਦੇ 250 ਦੇ 400 ਦੇ 600, ਕਰੋਨਾ ਵੈਕਸੀਨ ਇੱਕੋ ਹੀ ਆ, ਕੰਪਨੀ ਬਣਾ ਰਹੀ ਹੈ ਉਹਨੂੰ, ਵੱਖੋ ਵੱਖਰੀਆਂ ਕੀਮਤਾਂ ਕਿਉਂ ਨੇ? ਇਹ ਨੋਟਿਸ ਕੀਤਾ ਜਾਰੀ ਕੇਂਦਰ ਸਰਕਾਰ ਨੂੰ, ਜਿਹਨੂੰ ਜਵਾਬ ਦੇ ਰਹੀ ਕੇਂਦਰ ਸਰਕਾਰ। ਵਧੀਆ ਗੱਲ ਆ, ਸ਼ੋ ਮੋਟੋ ਨੋਟਿਸ ਲੈਣੇ ਚਾਹੀਦੇ ਸੁਪਰੀਮ ਕੋਰਟ ਨੂੰ। ਚੱਲਦਾ ਸਭ ਜਦੋਂ ਕਿਸਾਨੀ ਮਸਲਾ ਆ ਜਾਂਦਾ ਤਾਂ ਉਦੋਂ ਸੋ ਮੋਟੋ ਨੋਟਿਸ ਨਹੀਂ ਲੈਂਦੀ, ਜਾਂ ਜਦੋਂ ਕੋਈ ਕਿਤੇ ਕੋਈ ਵੱਡਾ ਘਟਨਾਕ੍ਰਮ ਵਾਪਰਦਾ ਤਾਂ ਉਦੋਂ ਸੋ ਮੋਟੋ ਨੋਟਿਸ ਨਹੀਂ ਲੈਂਦੇ। ਇਹ ਅਚਾਨਕ ਸੋ ਮੋਟੋ ਨੋਟਿਸ ਲੈਣ ਲੱਗ ਪਈ ਆ ਸੁਪਰੀਮ ਕੋਰਟ। ਅੱਛੀ ਗੱਲ ਹੈ, ਨੋਟਿਸ ਲੈਣਾ ਚਾਹੀਦਾ ਤਾਂ ਕਿ ਆਮ ਲੋਕਾਂ ਦੀ ਗੱਲ ਸੁਣੀ ਜਾ ਸਕੇ, ਆਮ ਲੋਕਾਂ ਦਾ ਪੱਖ ਸੁਣਿਆ ਜਾ ਸਕੇ। 9058313220 905-813-1320 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਕੁਐਸਚਨ ਹੈ। ਤੁਹਾਡੀਆਂ 2 ਲਾਈਨਾਂ ਫਲੈਸ਼ ਹੋਈਆਂ ਸਨ, ਪਰੰਤੂ ਜਦੋਂ ਸਾਡੀ ਗੱਲਬਾਤ ਚੱਲ ਰਹੀ ਹੁੰਦੀ ਹੈ ਉਸ ਵਕਤ ਥੋੜ੍ਹਾ ਜਿਹਾ ਸਾਨੂੰ ਔਖਾ ਹੁੰਦਾ ਇਨ ਬਿਟਵੀਨ ਜਿਹੜੀ ਹੈ ਉਹ ਲੈਣੀ। ਸੋ ਲਓ, ਆਕਾਸ਼ਵਾਣੀ 1320 ਮੀਟਰ ਬੈਂਡ ਤੇ 905-813-1320 ਤੇ ਤੁਸੀਂ ਕਾਲ ਕਰ ਸਕਦੇ ਹੋ। ਕਰੋਨਾ ਕਹਿਰ ਦਿੱਲੀ ਅਤੇ ਵੱਖ-ਵੱਖ ਹੋਰ ਇਲਾਕਿਆਂ ਦੇ ਵਿੱਚ ਜਿਹੜਾ ਹੈ ਕਾਫੀ ਤਰਥੱਲੀ ਮਚੀ ਹੋਈ ਹੈ। ਲਾਸ਼ਾਂ ਜਿਹੜੀਆਂ ਨੇ ਉਹ ਇੰਤਜ਼ਾਰ ਕਰ ਰਹੀਆਂ ਨੇ ਕਿ ਸਾਡੀ ਵਾਰੀ ਕਦੋਂ ਆਵੇਗੀ ਕਿ ਸਾਨੂੰ ਅਗਨ ਮਿਲੇ। ਦਿੱਲੀ ਅਪੋਲੋ ਹਸਪੀਟਲ 'ਚੋਂ ਹੜਕੰਪ ਮਚਣ ਦੀਆਂ ਖਬਰਾਂ ਨੇ। ਵਾਰਸਾਂ ਤੇ ਸਿਹਤ ਕਾਮਿਆਂ ਦੇ ਵਿਚਕਾਰ ਕਹਿੰਦੇ ਕਿ ਲੜਾਈ ਹੋਈ ਹੈ, ਕਈ ਜ਼ਖਮੀ ਹੋਏ ਨੇ ਹਸਪੀਟਲ ਦੇ ਵਿੱਚ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਦਿੱਲੀ ਅਪੋਲੋ ਹਸਪੀਟਲ ਦੇ ਵਿੱਚ ਨਾ ਕੀ ਹੋਇਆ, ਅਸਲ ਵਿੱਚ ਉੱਥੇ ਨਾ ਜਿਹੜੇ ਬੈੱਡ ਅਸਲ ਬੈੱਡ ਘਟ ਗਏ ਆ। 465 ਦੇ ਕਰੀਬ ਬੈੱਡ ਜਿਹੜੇ ਹੈਗੇ ਆ ਉਹ ਲੱਗੇ ਹੋਏ ਨੇ ਦਿੱਲੀ ਦੇ ਵੱਖ ਹਸਪਤਾਲਾਂ ਦੇ ਵਿੱਚ, ਪਰ ਉਹ ਹੁਣ ਘਟ ਗਏ ਆ ਕਿਉਂਕਿ ਕਰੋਨਾ ਮਰੀਜ਼ ਬਹੁਤ ਜ਼ਿਆਦਾ ਵੱਧ ਰਹੇ ਆ। ਕਰੀਬ ਕੱਲ੍ਹ ਕਾਫੀ ਮੌਤਾਂ ਦਿੱਲੀ 'ਚ ਹੋ ਗਈਆਂ, 350 ਦੇ ਕਰੀਬ ਮੌਤਾਂ ਕੱਲ੍ਹ ਦਿੱਲੀ 'ਚ ਹੋਈਆਂ ਨੇ। ਪੰਜਾਬ 'ਚ 100 ਹੋ ਗਈਆਂ, ਰਿਕਾਰਡ ਮੌਤਾਂ ਹੋਈਆਂ ਪੰਜਾਬ 'ਚ ਵੀ। ਦਿੱਲੀ ਵਿੱਚ 350 ਦੇ ਕਰੀਬ 365 ਦੇ ਕਰੀਬ ਮੌਤਾਂ ਹੋਈਆਂ ਨੇ ਕੱਲ੍ਹ। ਤੇ ਉੱਥੇ ਨਾ ਅਪੋਲੋ ਹਸਪੀਟਲ ਦੇ ਵਿੱਚ ਕੁਝ ਜਿਹੜੇ ਵਾਰਸ ਸੀਗੇ, ਇੱਕ ਮਰੀਜ਼ ਲੈ ਕੇ ਗਏ ਸੀ ਤੇ ਉਹ ਮਰੀਜ਼ ਵਾਸਤੇ ਕਹਿੰਦੇ ਵੀ ਇਹਨੂੰ ਤੁਸੀਂ ਬੈੱਡ ਦਿਓ। ਬੈੱਡ ਕਹਿੰਦੇ ਸਾਡੇ ਕੋਲ ਹੈ ਨਹੀਂ, ਬੈੱਡ ਸਿਰਫ ਬੈੱਡ ਦੀ ਲੋੜ ਨਹੀਂ, ਇਹਨੂੰ ਵੈਂਟੀਲੇਟਰ ਦੀ ਲੋੜ ਹੈਗੀ ਹੈ, ਕਿਉਂਕਿ ਹਾਲਾਤ ਮਾੜੇ ਆ, ਆਕਸੀਜਨ ਦੀ ਲੋੜ ਹੈਗੀ ਆ। ਉਹ ਕਹਿੰਦੇ ਵੀ ਦਿਓ, ਪਰ ਸਾਨੂੰ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ, ਇਹਨੇ ਅੰਦਰ ਹੈਗੇ ਨੇ ਸਾਰਾ ਕੁਝ। ਜਦੋਂ ਝਗੜਾ ਹੋ ਗਿਆ ਤੇ ਕੁਝ ਝਗੜੇ ਦੇ ਵਿਚਕਾਰ ਉਹ ਮਰੀਜ਼ ਦੀ ਮੌਤ ਹੋ ਗਈ ਉੱਥੇ ਹੀ ਉਸ ਗੱਲਾਂ ਦੇ ਵਿੱਚ। ਉਹ ਜਦੋਂ ਮੌਤ ਹੋ ਗਈ ਤਾਂ ਪਤਾ ਲੱਗਿਆ ਕਿ ਮਰ ਕੇ, ਤੇ ਉਸ ਤੋਂ ਬਾਅਦ ਬਹੁਤ ਚੱਲੇ ਉੱਥੇ, ਘੰਟਾ 1.5 ਘੰਟਾ ਪੂਰੇ, ਈਵਨ ਕਿ ਛੁਰੀਆਂ ਵੀ ਚੱਲੀਆਂ, ਲਹੂ ਲੁਹਾਨ ਹੋ ਗਿਆ ਹਸਪਤਾਲ। ਬਹੁਤ ਜ਼ਿਆਦਾ ਡਾਂਗਾਂ ਬੜੀਆਂ ਉੱਥੇ, ਜਿਹੜੇ ਕਿ ਹਸਪਤਾਲ ਤੇ ਸਿਹਤ ਕਰਮੀ ਸੀ ਉਹਨਾਂ ਦੇ ਉੱਪਰ, ਤੇ ਉਹ ਆਪਸ ਵਿੱਚ ਬੜੀ ਵੱਡੀ ਇੱਕ ਤਾਂ ਲੜਾਈ ਪਈ ਆ। ਪੁਲਿਸ ਨੇ ਕੇਸ ਦਰਜ ਨਹੀਂ ਕੀਤਾ, ਅਜੇ ਜਾਂਚ ਚੱਲ ਰਹੀ ਆ। ਪਰ ਇਸ ਤੋਂ ਲੱਗਦਾ ਕਿ ਖਾਨਾ ਜੰਗੀ ਸ਼ੁਰੂ ਹੋ ਚੁੱਕੀ ਆ। ਇਸ ਤੋਂ ਲੱਗਦਾ ਕਿ ਹੁਣ ਇਨਸਾਨ ਨੂੰ ਨਫ਼ਰਤ ਕਰਨ ਲੱਗ ਪਿਆ। ਇਸ ਤੋਂ ਲੱਗਦਾ ਕਿ ਇਨਸਾਨ ਤੇ ਇਨਸਾਨ ਦੀ ਫਿਤਰਤ ਜਿਹੜੀ ਹੈਗੀ ਆ ਉਹ ਜਾਨਵਰਾਂ ਦੇ ਵੱਲ ਜਾ ਵੱਧ ਰਹੀ ਆ, ਕਿਉਂਕਿ ਇੱਕ ਦੂਜੇ ਨੂੰ ਬਚਾਉਣ ਦੀ ਲੋੜ ਹੈ, ਨਾ ਕਿ ਇੱਕ ਦੂਜੇ ਨੂੰ ਮਾਰਨ ਦੀ। ਅੱਛਾ, ਜੇ ਆਪਾਂ ਗੱਲ ਕਰੀਏ ਕਰੋਨਾ ਦੇ ਇਸ ਕਹਿਰ ਦੇ ਦਰਮਿਆਨ ਜਿਹੜਾ ਕਈ ਪਰਿਵਾਰ ਜਿਹੜੇ ਨੇ ਉਹ ਹੋਰ ਧਨਾੜ ਹੋ ਗਏ, ਪਤਾ ਹੀ ਨਹੀਂ ਉਹਨਾਂ ਦੀ ਅਥਾਹ ਇਨਕਮ ਦੇ ਵਿੱਚ ਵਾਧਾ ਹੋਇਆ। ਹਾਂਜੀ, ਔਰ ਤੁਸੀਂ ਅਬਾਨੀਆਂ ਨੂੰ ਦੇਖ ਲਓ, ਕਹਿੰਦੇ ਯੂਕੇ ਦੇ ਵਿੱਚ ਬਹੁਤ ਵੱਡਾ, ਅੱਜ ਤੋਂ ਕੋਈ 700 ਕਿ 800 ਸਾਲ ਪਹਿਲਾਂ ਬਣਿਆ ਹੋਇਆ ਇੱਕ ਰਿਜ਼ੋਰਟ ਉਹਨਾਂ ਨੇ ਬਹੁਤ ਮਹਿੰਗਾ ਖਰੀਦਿਆ। ਹਾਂਜੀ, ਇਹੋ ਜਿਹੇ ਪਤਾ ਨਹੀਂ ਕਿੰਨੇ 3.3 ਅਰਬ ਦੀ ਮੈਂ ਸੋਚ ਰਿਹਾ ਸੀ ਖਰੇ ਕਿ ਉਹਨਾਂ ਨੇ ਜਾਇਦਾਦ ਰਿਕਵਰ ਕੀਤੀ ਹੈ ਇਹ ਕਰੋਨਾ ਦੇ। ਤੇ ਜਿਹੜੇ ਮਿਡਲ ਵਰਗ ਸਨ ਉਹ ਤਾਂ ਥੱਲੇ ਆ ਗਏ, ਤੇ ਜਿਹੜਾ ਇੱਥੇ ਸੀਗਾ ਉਹ ਹੋਰ ਉੱਤੇ ਚਲ ਗਿਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ, ਸਾਡੇ ਵੀ ਇੱਥੇ ਵੱਡੇ ਵੱਡੇ ਸਟੋਰ ਜਿਹੜੇ ਨੇ ਉਹਨਾਂ ਨੂੰ ਉੱਥੇ ਹਰ ਚੀਜ਼ ਮਿਲ ਜਾਂਦੀ ਸੀ। ਆਮ ਤਾਂ ਵਿਚਾਰਾ ਕੱਪੜੇ ਵਾਲਾ ਕੱਪੜਾ ਸਟੋਰ ਨਹੀਂ ਖੋਲ੍ਹ ਸਕਦਾ, ਜੂਲਰੀ ਸਟੋਰ ਵਾਲਾ ਜੂਲਰੀ ਸਟੋਰ ਨਹੀਂ ਖੋਲ੍ਹ ਸਕਦਾ, ਫਰਨੀਚਰ ਸਟੋਰ ਵਾਲਾ ਫਰਨੀਚਰ ਸਟੋਰ ਨਹੀਂ ਖੋਲ੍ਹ ਸਕਦਾ, ਹੋਰ ਕਈ ਨਿੱਕੇ ਨਿੱਕੇ ਲੈਟਰਮ ਪਟਰਮ ਜਿਹੜੇ ਮਾਲਾਂ ਦੇ ਵਿੱਚ ਵਿਚਾਰੇ ਸਮਾਨ ਵੇਚਦੇ ਸਨ ਉਹ ਨਹੀਂ ਖੋਲ੍ਹ ਸਕਦੇ ਸਨ। ਪਰੰਤੂ ਇੱਥੇ ਵੀ ਸਾਡੇ 1-2 ਵੱਡੇ ਸਟੋਰ ਸਨ। ਉੱਥੋਂ ਤੁਸੀਂ ਮੱਛੀ ਵੀ ਲੈ ਲਓ, ਤੁਸੀਂ ਆਈਸਕ੍ਰੀਮ ਵੀ ਲੈ ਲਓ, ਤੁਸੀਂ ਉੱਥੋਂ ਬਿਊਟੀ ਪਾਰਲਰ ਦਾ ਸਮਾਨ ਵੀ ਲੈ ਲਓ, ਤੁਸੀਂ ਉੱਥੋਂ ਕੱਪੜੇ ਵੀ ਲੈ ਲਓ, ਤੁਸੀਂ ਉੱਥੋਂ ਰਜਾਈਆਂ ਤਲਾਈਆਂ ਲੈ ਲਓ, ਜਰਾਬਾਂ ਵੀ ਲੈ ਲਓ, ਤੁਸੀਂ ਪੈਂਟਾਂ ਵੀ ਲੈ ਲਓ, ਤੁਸੀਂ ਜੋ ਮਰਜ਼ੀ ਲੈ ਲਓ, ਮੈਟਰਸਾਂ ਵੀ ਲੈ ਲਓ, ਘਰ 'ਚ ਵਰਤੋਂ ਵਾਲਾ A to Z ਸਮਾਨ ਲੈ ਲਓ, ਸੋਨਾ ਲੈ ਲਓ, ਚਾਂਦੀ ਲੈ ਲਓ, ਘੜੀਆਂ ਲੈ ਲਓ। ਹਾਂਜੀ, ਐਸੈਂਸ਼ੀਅਲ ਅਤੇ ਨੋਨ ਐਸੈਂਸ਼ੀਅਲ ਜੋ ਮਰਜ਼ੀ ਚੱਕੀ ਚੱਲੋ। ਪਰ ਹੁਣ ਸਰਕਾਰ ਨੇ ਇੱਥੇ ਥੋੜ੍ਹਾ ਜਿਹਾ ਉਹਦੇ 'ਤੇ ਪਾਬੰਦੀ ਲਾਈ ਹੈ, ਜਿਹੜੀ ਲੋਕਾਂ ਨੂੰ ਮਾੜਾ ਮੋਟਾ ਸੁੱਖ ਦਾ ਸਾਹ ਆ। ਇਹ ਲੋਕ ਧਨਾੜ ਹੋ ਗਏ ਨੇ, ਅਮੀਰਾਂ ਦੀ
ਗਿਣਤੀ ਦੇ ਵਿੱਚ ਹੋਰ ਵਾਧਾ ਹੋਇਆ, ਅਰਬਾਂ ਖਰਬਾਂ ਪਤੀ ਹੋਏ। ਪਰ ਕਈਆਂ ਬੰਦਿਆਂ ਦਾ ਗ੍ਰਾਫ ਬੜਾ ਵੱਡਾ ਸੀ। ਹਾਂਜੀ, ਪਹਿਲਾਂ ਲੋਕਾਂ ਦੇ ਵਿੱਚ ਬਹੁਤ ਵੱਡਾ, ਮੀਡੀਆ ਦੇ ਵਿੱਚ ਟੌਪ 'ਤੇ ਸਨ, ਸੋਸ਼ਲ ਨੈਟਵਰਕ ਮੀਡੀਆ 'ਤੇ ਟੌਪ ਸਨ। ਪਤਾ ਲੱਗਾ ਹੈ ਕਿ ਇਸੇ ਤਰ੍ਹਾਂ ਰਾਜਨੀਤਿਕ ਲੋਕਾਂ ਦਾ ਵੀ ਗ੍ਰਾਫ ਜਿਹੜਾ ਹੈ ਬੜਾ, ਉਹਨਾਂ ਦੇ ਬਿਆਨਬਾਜ਼ੀ ਨੂੰ ਲੈ ਕੇ ਜਾਂ ਉਹਨਾਂ ਦੇ ਕੰਮਾਂ ਨੂੰ ਲੈ ਕੇ, ਇਸ ਗ੍ਰਾਫ ਦੇ ਵਿੱਚ ਉਹਨਾਂ ਨੂੰ ਵੀ ਗੂਠੇ ਲੋਕਾਂ ਨੇ ਠਾਹ ਕੀਤੇ ਨੇ, ਜਿਸੇ ਤਾਂ ਹੁੰਦੇ ਸੀ। ਅੰਤਰਰਾਸ਼ਟਰੀ ਮੀਡੀਆ ਦੀ ਜੇਕਰ ਗੱਲ ਕਰਦੇ ਹਾਂ ਤਾਂ ਭਾਰਤ ਦੀ ਬੜੀ ਚਰਚਾ ਹੋ ਰਹੀ ਹੈ, ਖਾਸ ਤੌਰ 'ਤੇ ਇਸ ਵਕਤ ਕੋਵਿਡ-19, ਕਿਉਂਕਿ 4 ਚੁਫੇਰਿਆਂ ਤੋਂ ਇੱਕ ਸਮਾਂ ਸੀ ਜਦੋਂ ਭਾਰਤ ਨੇ ਦੁਨੀਆ ਨੂੰ ਕੱਟਿਆ ਸੀਗਾ। ਰਿਮੈਂਬਰ, ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਯਕਦਮ ਫਲਾਈਟਾਂ ਬੰਦ, ਜੋ ਜਿੱਥੇ ਸੀ ਉੱਥੇ ਰੁਕ ਗਿਆ, ਜਿਵੇਂ ਨੋਟਬੰਦੀ ਵੇਲੇ ਹੋਇਆ। ਹੁਣ ਦੁਨੀਆ ਹੌਲੀ ਹੌਲੀ ਘੱਟ ਕਰ ਰਹੀ ਹੈ, ਪਰ ਰਾਹਤ ਸਮੱਗਰੀ ਜਿਹੜੀ ਹੈ ਪਹੁੰਚ ਰਹੀ ਹੈ, ਕਿਉਂਕਿ ਉਹ ਇੱਕ ਮਨੁੱਖਤਾ ਵਾਸਤੇ ਅੰਤਰਰਾਸ਼ਟਰੀ ਜਿਹੜਾ ਹੈ ਪੱਧਰ ਦੇ ਉੱਤੇ ਇੱਕ ਦੂਜੇ ਨੂੰ ਦੇਣ ਵਾਸਤੇ ਜਿਹੜਾ ਹੈ ਲੈਣ ਦੇਣ ਦਾ ਪ੍ਰਬੰਧ ਹੁੰਦਾ ਹੈ। ਉਹ ਇੱਕ ਇਹਨਾਂ ਦੀ ਆਪਣੀ ਟਰੀਟੀਜ਼ ਹੁੰਦੀਆਂ ਨੇ ਵੀ ਤੁਸੀਂ ਸਾਡਾ ਕੀਤਾ, ਅਸੀਂ ਤੁਹਾਡਾ ਕਰਾਂਗੇ। ਜਿਵੇਂ ਕੱਲ੍ਹ ਜੋ ਬਾਈਡਨ ਸਾਹਿਬ ਦਾ ਬਿਆਨ ਸੀ ਕਿ ਸਾਡੇ ਔਖੀ ਘੜੀ ਦੇ ਵਿੱਚ ਇੰਡੀਆ ਸਾਡੇ ਨਾਲ ਖੜਿਆ ਅਤੇ ਅਸੀਂ ਅੱਜ ਇੰਡੀਆ ਦੇ ਨਾਲ ਹਰ ਤਰੀਕੇ ਨਾਲ ਖੜੇ ਹਾਂ। ਭਾਵੇਂ ਅੱਜ UK ਦਾ ਬਿਆਨ ਹੈ ਕਿ ਸਾਡੇ ਕੋਲ ਪਈ ਬਾਕੀ ਸਹਾਇਤਾ ਤਾਂ ਅਸੀਂ ਭੇਜਾਂਗੇ, ਪਰ ਟੀਕੇ ਨਹੀਂ ਹੈਗੇ, ਉਹ ਤਾਂ ਸਾਡੇ ਆਪਣਿਆਂ ਵਾਸਤੇ ਇਹਦੇ ਪੂਰੇ ਨਹੀਂ ਪੈ ਰਹੇ। ਹਾਂਜੀ, ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਨਰਿੰਦਰ ਮੋਦੀ ਹੁਣਾਂ ਦਾ ਗ੍ਰਾਫ ਕਾਫੀ ਮੂਧੇ ਮੂੰਹ ਡਿੱਗਣ ਦੀਆਂ ਖਬਰਾਂ ਨੇ, ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ, ਨਿਊਯਾਰਕ ਟਾਈਮ ਤਾਂ ਤੁਸੀਂ ਪੜ੍ਹਿਆ ਹੋਣਾ, ਨੇ ਲੀਡ ਲੱਗੀ ਆ ਸਿਰੇ ਮੱਚਦੇ ਭਾਰਤ ਵਿੱਚ ਲੀਡ ਲਾਈ ਗਈ ਬੜੇ ਵੱਡੇ ਪੱਧਰ ਦੇਖੀ, ਹੁਣ ਕਾਫੀ ਚਰਚਾ ਹੋਈ ਆ ਉਹ ਲੀਡ, ਮੇਨ ਫਰੰਟ ਪੇਜ ਤੇ ਲੀਡ ਲੱਗਣੀ। ਤੇ ਦਾ ਟਾਈਮਜ਼, ਦਾ ਗਲੋਬਲ ਟਾਈਮਜ਼ ਤੇ ਹੋਰ ਇਹੋ ਜਿਹੇ ਨਾ 10-12 ਅਖਬਾਰਾਂ ਲਿਸਟ ਬਣਾਈ ਸੀ ਮੈਂ, ਜਿਨ੍ਹਾਂ ਵਿੱਚ ਕਿ ਨਰਿੰਦਰ ਮੋਦੀ ਦਾ ਕਾਫੀ ਗ੍ਰਾਫ ਹੇਠਾਂ ਨਜ਼ਰ ਆਇਆ। ਇਹ ਵੀ ਨਾਲ ਲਿਖਿਆ ਗਿਆ ਕਿ ਜਦੋਂ ਪਹਿਲਾਂ ਸ਼ੁਰੂ ਹੋਈ ਸੀ ਪਹਿਲੀ ਲਹਿਰ, ਉਦੋਂ ਮੋਦੀ ਉਹਨਾਂ ਦਾ ਗ੍ਰਾਫ ਠੀਕ ਸੀਗਾ, ਉਹਨਾਂ ਨੇ ਅੱਛਾ ਕੰਮ ਕੀਤਾ ਸੀਗਾ, ਆਪਣੇ ਦੇਸ਼ ਨੂੰ ਬਚਾਇਆ ਸੀਗਾ। ਪਰ ਹੁਣ ਹਾਲਾਤ ਇਹੋ ਜਿਹੇ ਨੇ ਕਿ ਇੱਕ ਪਾਸੇ ਤਾਂ ਕਰੋਨਾ ਦਾ ਕਹਿਰ ਚੱਲ ਰਿਹਾ, ਦੂਜੇ ਪਾਸੇ ਮੋਦੀ ਜੀ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਆ, ਉੱਥੇ ਵੱਡੇ ਵੱਡੇ ਇਕੱਠ ਕਰ ਰਹੇ ਆ। ਮੋਦੀ ਜੀ, ਇਹ ਲਿਖਿਆ ਉਹਨਾਂ ਅੰਤਰਰਾਸ਼ਟਰੀ ਮੀਡੀਆ ਵਿੱਚ, ਇਹ ਕੁੰਭ ਦਾ ਜ਼ਿਕਰ ਵੀ ਕੀਤਾ ਗਿਆ, ਕੁੰਭ ਤੇ ਮੇਲਾ ਹੋਇਆ, ਉੱਥੇ ਲੱਖਾਂ ਸਾਧੂ ਨਹਾ ਰਹੇ ਆ, ਸ਼ਰਧਾਲੂ ਆਉਂਦੇ ਆ ਉੱਥੇ। ਤੇ ਇਹ ਵੀ ਜ਼ਿਕਰ ਹੋਇਆ ਕਿ ਚੋਣ ਰੈਲੀਆਂ ਦੇ ਵਿੱਚ ਕਿੱਦਾਂ ਵੱਡੇ ਵੱਡੇ ਇਕੱਠ ਕਰਕੇ ਬਿਨਾਂ ਮਾਸਕ ਤੋਂ ਕਰ ਰਹੇ ਨੇ। ਹੁਣ ਕਰੋਨਾ ਬਹੁਤ ਬੁਰੀ ਤਰ੍ਹਾਂ ਵੱਧ ਚੁੱਕਿਆ ਇੰਡੀਆ ਦੇ ਵਿੱਚ, ਤੇ ਮੋਦੀ ਜੀ ਇਹਨੂੰ ਸੰਭਾਲਣ ਚ ਨਾਕਾਮ ਹੋਏ। ਤੇ ਉਹ ਮੋਦੀ ਜੀ ਦਾ ਗ੍ਰਾਫ ਹੇਠ ਆਇਆ ਕਾਫੀ। ਹੁਣ ਭਾਰਤ ਜਿਵੇਂ ਪਹਿਲਾਂ ਉੱਪਰ ਚੱਕਿਆ ਗਿਆ ਸੀ, ਹੇਠ ਆ ਗਿਆ। ਉਹ ਗੱਲ ਵਾਕਿਆ ਚਾਵਲਾ ਸਾਹਿਬ ਕਿ UK ਤੋਂ ਲੈ ਕੇ, ਚਲੋ UK ਦੀ ਮਦਦ ਕਰਨ ਦਾ ਐਲਾਨ ਕੀਤਾ ਜੋ ਬਾਈਡਨ ਨੇ, ਥਾਈਲੈਂਡ ਵੱਲੋਂ ਵੀ ਆਕਸੀਜਨ ਆ ਰਹੀ ਹੈ, ਪਾਕਿਸਤਾਨ ਵੱਲੋਂ ਵੀ ਆ ਰਹੀ ਹੈ, ਚਲੋ ਬਾਕੀ ਸਾਰੇ ਮੁਲਕਾਂ ਨੇ ਐਲਾਨ ਕੀਤਾ ਹੈਗਾ ਭਾਰਤ ਦੀ ਮਦਦ ਕਰਨ ਦਾ। ਹੁਣ ਸੋਚਣਾ ਇਹ ਹੋਵੇਗਾ ਕਿ ਬਾਕੀ ਸਾਰਾ ਵਿਸ਼ਵ ਜਿਹੜਾ ਹੈਗਾ ਕਰੋਨਾ ਤੋਂ ਰਾਹਤ 'ਚ ਹੈ, ਕਰੋਨਾ ਤੋਂ ਰਾਹਤ 'ਚ ਹੈ, ਘੱਟ ਹੈ, ਮਤਲਬ ਚਲੋ ਕਈ ਦੇਸ਼ਾਂ 'ਚ ਹੈਗਾ ਪਰ ਘੱਟ ਹੈ। ਪਰ ਭਾਰਤ ਵਿੱਚ ਗ੍ਰਾਫ ਬਹੁਤ ਵੱਡਾ ਨਿਕਲਿਆ। ਇਹਦੇ ਪਿੱਛੇ ਕਾਰਨ ਤਾਂ ਕੋਈ ਹੈਗੇ ਨਾ, ਸਾਡੇ ਰੈਲੀਆਂ ਦੇ, ਸਾਡੇ ਕੁੰਭ ਦੇ, ਸਾਡੇ ਇਕੱਠਾਂ ਦੇ ਕਾਰਨ ਤਾਂ ਪਿੱਛੇ ਹੈਗਾ ਨਾ ਦੇ ਵਿੱਚ। ਹੁਣ ਕਿਉਂ ਨਹੀਂ ਕਿਹਾ ਜਾਂਦਾ ਤਬਲੀਗੀ ਜਮਾਤ ਨਹੀਂ ਆਖਿਆ ਜਾਂਦਾ? ਹੁਣ ਕਿਉਂ ਨਹੀਂ ਹਜ਼ੂਰ ਸਾਹਿਬ ਤੋਂ ਆਏ ਸਿੱਖਾਂ ਦੇ ਨਾਲ ਜੋ ਵਰਤਾਓ ਕੀਤਾ ਗਿਆ ਸਿੱਖ ਨੂੰ ਪਤਾ ਕਰ ਜਾਂਦਾ? ਹੁਣ ਕਿਉਂ ਨਹੀਂ? ਕਿਉਂਕਿ ਮੀਡੀਆ ਮੂਕ ਦਰਸ਼ਕ, ਮੀਡੀਆ ਸਿਰਫ ਦੇਖ ਰਿਹਾ, ਬੋਲਦਾ ਨਹੀਂਗਾ। ਸਾਡਾ ਗੋਦੀ ਮੀਡੀਆ, ਜਿਵੇਂ ਕਿ ਨਾ ਉਹਨੂੰ ਕਿਹਾ ਜਾਂਦਾ ਪਿੱਛੇ ਚਾਬੀ ਭਰੀ ਜਾਂਦੀ ਆ, ਉਹ ਚਾਬੀ ਹੁਣ ਥੋੜੀ ਹਲਕੀ ਭਰੀ ਗਈ ਜਾ। ਨਹੀਂ, ਉਹ ਗੋਦੀ ਮੀਡੀਆ ਨਹੀਂ, ਲਾਂਤੀ ਮੀਡੀਆ ਆ। ਲਾਂਤਾਂ ਦੇ ਟੋਕਰੇ ਇੰਨੇ ਪੈ ਚੁੱਕੇ ਨੇ ਉਹਨਾਂ ਨੂੰ ਕਿ ਉਹਨਾਂ ਕੋ ਆਪ ਹੀ ਨਹੀਂ ਸੰਭਾਲੇ ਜਾ ਰਹੇ। ਉਹ ਦਲ ਦੇ ਵਿੱਚ ਖੁੱਬੇ ਹੋਏ ਨੇ ਲਾਂਤੀ। ਇੱਥੇ ਵੀ ਹੈਗੇ ਨੇ, ਬੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੇ ਨੇ। ਉਹਨਾਂ ਨੂੰ ਪਟੇ ਪਏ ਹੋਏ ਨੇ, ਟੁੱਕ ਪੈਂਦਾ ਉਹਨਾਂ ਨੂੰ। ਟੁੱਕ ਲੈਣ ਦਾ ਵੀ ਉਹਨਾਂ ਨੂੰ ਤਰੀਕਾ ਹੁੰਦਾ, ਖਾਣ ਦਾ ਵੀ ਤਰੀਕਾ ਹੁੰਦਾ। ਪਰ ਜਿਹੜੇ ਸਿਆਣੇ ਨੇ ਪਤਾ ਲੱਗ ਜਾਂਦਾ ਵੀ ਕਿੱਧਰੋਂ ਟੁੱਕ ਪਿਆ ਇਹਨਾਂ ਨੂੰ। ਇਹ ਹੱਡੀ ਵਾਲਾ ਟੁੱਕ ਆ ਜਾਂ ਫਿਰ ਵੈਜੀਟੇਰੀਅਨ ਟੁੱਕ ਵਾ। ਕਈ ਹੁੰਦੇ ਨਾ ਕਿ ਵੈਜੀਟੇਰੀਅਨ ਵੀ ਖਾਂਦੇ, ਕਈ ਤਾਂ ਨੌਨ ਵੈਜ ਸਾਰਾ ਕੁਝ ਆਉਂਦਾ, ਅਸੀਂ ਚੱਟੀ ਜਾਂਦੇ ਹਨ। ਇਹ ਲਾਂਤੀ ਨੇ, ਇਹ ਗਿਰੇ ਹੋਏ ਕਿਰਦਾਰ ਦੇ ਨੇ। ਗੋਦੀ ਗਾਦੀ ਮੀਡੀਆ ਨਾ ਕੌਣ ਹੁੰਦਾ। ਇਹ ਜਿਹੜੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਹੀਂ ਕਰਦੇ, ਉਦੋਂ ਗਿਰਿਆ ਹੋਇਆ ਬੰਦਾ ਕੌਣ ਹੁੰਦਾ? ਕਿਰਤਕਾਨ ਹੁੰਦਾ। ਕਿੰਨਾ ਕੁ ਚਿਰ ਤੁਸੀਂ ਦੁਨੀਆ ਨੂੰ ਬੇਵਕੂਫ ਬਣਾ ਲਓਗੇ? ਜ਼ਿਆਦਾ ਚਿਰ ਨਹੀਂ। ਮੈਂ ਤਾਂ ਅਕਸਰ ਕਹਿੰਦਾ ਹੁੰਦਾ ਕਿ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਪਹਿਲਾ ਸਮਾਂ ਸੀ ਜਿਹਨੇ ਪਾਪੂਲਰ ਹੋਣਾ ਹੁੰਦਾ ਸੀਗਾ, 4 ਖਾਲਿਸਤਾਨੀਆਂ ਨੂੰ ਪੁੱਠੀਆਂ ਸਿੱਧੀਆਂ ਗਾਲਾਂ ਕੱਢਦਾ ਹੁੰਦਾ ਸੀਗਾ। ਖਾਲਿਸਤਾਨੀ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਸੀ, ਚੱਲ ਮੇਰੇ ਭਾਈ। ਉਹ ਪਾਪੂਲਰ ਹੋ ਗਿਆ, ਬੜਾ ਗਰਮ ਬੋਲਦਾ ਜੀ ਉਹ। ਕਿਉਂਕਿ ਖਾਲਿਸਤਾਨੀਆਂ ਦਾ ਕੀ ਆ,
ਚਾਰ ਕੁ ਜਣੇ ਇੱਥੇ ਟੁਕੜਾ ਬਣਾ ਕੇ ਬੈਠੇ ਹੋਏ ਨੇ, ਉਹਨਾਂ ਦਾ ਆਪਣਾ ਗਰੁੱਪ ਆ, ਚਾਰ ਕੁ ਇੱਧਰ ਬਣਾ ਕੇ ਬੈਠੇ ਹੋਣਾ ਆਪਣਾ ਗਰੁੱਪ ਆ, ਅੱਧਿਆਂ ਕਦੀ ਉਹਦੇ ਨਾਲ ਉਸ ਨਾਲ ਰਲਦੀ ਵੀ ਆ ਬੰਦਿਆਂ ਨਾਲ। ਅੱਜ ਉਹੀ ਉਹਦੀ ਚਾਪਲੂਸੀ ਵੀ ਕਰਦੇ ਵੇਖਦੇ ਅਸੀਂ ਕਈਆਂ ਦੇ ਵਿੱਚ, ਇਹ ਡੁਪਲੀਕੇਟ ਜਿਹੜੇ ਹੁੰਦੇ ਨੇ। ਸੋ ਦੇਸ਼ਾਂ ਵਿਦੇਸ਼ਾਂ ਦੇ 'ਚ ਵੀ ਹੈਗਾ, ਕਿਸੇ ਨੇ ਪਾਪੂਲਰ ਹੋਣਾ ਹੋਵੇ, ਚਾਰ ਕੁ ਦਿਨ ਪੁੱਠੇ ਸਿੱਧੇ ਟਾਕ ਸ਼ੋਅ ਕਰ ਲਓ, ਪਾਪੂਲਰ ਹੋ ਜਾਂਦਾ। ਪੱਲੇ ਕੁਝ ਨਹੀਂ, ਕਾਲਾਂ ਖੋਲ ਦਿਓ, ਪਾਪੂਲਰ ਹੋ ਜਾਂਦਾ। ਇਹ ਉਹ ਮੀਡੀਆ ਵਾ ਜਿਹਨੂੰ ਇਸ ਚੌਥੇ ਥੰਮ ਦਾ ਹੀ ਨਹੀਂ ਪਤਾ ਮਤਲਬ ਕੀ ਹੈ। ਅੱਜ ਉੱਥੇ ਜੋ ਕੁਝ ਚੱਲਦਾ ਪਿਆ ਉਹ ਤੁਸੀਂ ਜੇਕਰ ਐਨਾਲਿਸਿਸ ਕਰੋ, ਅੱਜ ਤੋਂ 20-25 ਵਰ੍ਹੇ ਪਹਿਲਾਂ ਕਿਤੇ ਇਹੋ ਜਿਹੀਆਂ ਖਬਰਾਂ ਨਹੀਂ ਸੀ ਆਉਂਦੀਆਂ। ਹਿੰਦੂ ਸਿੱਖ ਮੁਸਲਿਮ ਸਿੱਖ, ਹਿੰਦੂ ਸਿੱਖ ਮੁਸਲਿਮ ਸਿੱਖ, ਹਿੰਦੂ ਸਿੱਖ ਮੁਸਲਿਮ ਸਿੱਖ, ਦੈਟਸ ਇਟ। ਪਰ ਜਿੱਥੇ ਨਫ਼ਰਤ ਦੇ ਪੁਜਾਰੀ ਨੇ ਉੱਥੇ ਪਿਆਰ ਦੇ ਪੁਜਾਰੀ ਵੀ ਨੇ, ਤੇ ਪਿਆਰ ਦੇ ਪੁਜਾਰੀਆਂ ਦੀ ਹਮੇਸ਼ਾ ਕਦਰ ਹੁੰਦੀ। ਮੁਜ਼ੱਫਰਪੁਰ ਤੋਂ ਖਬਰ ਆ ਰਹੀ ਹੈ ਕਿ ਹਿੰਦੂ ਅਨੁਭਵ ਸ਼ਰਮਾ ਨਾਂ ਦਾ ਮੁੰਡਾ, ਉਹਦਾ ਅੰਤਮ ਸੰਸਕਾਰ ਮੁਸਲਮਾਨ ਯੂਨਸ ਨੇ ਕੀਤਾ ਹੈ। ਹੁਣ ਆਹ ਖਬਰ ਉੱਥੋਂ ਦਾ ਮੀਡੀਆ ਦਿਖਾਊਗਾ? ਪੁੱਛਦਾ ਹੈ ਭਾਰਤ, ਚੀਕਾਂ ਵੱਜਣਗੀਆਂ ਇੱਥੇ ਕਿਤੇ? ਨਹੀਂ, ਉੱਥੇ ਤੇ ਵੱਜਣੀਆਂ ਇਹ ਹੈ ਜੇ ਇਹਨੂੰ ਉਲਟਾ ਕਰ ਲਓ ਕਿਤੇ। ਤੁਸੀਂ ਕੀ ਕਹਿਣਾ ਚਾਹੋ? ਚਾਵਲਾ ਸਾਹਿਬ, ਇਹ ਬੜੀ ਕਮਾਲ ਦੀ ਤਸਵੀਰ ਹੈਗੀ ਆ ਕਿ ਜਦੋਂ ਇੱਕ ਮੁਸਲਮਾਨ ਜਿਹੜਾ ਹੈਗਾ ਜੋਨਸ, ਉਹ ਅਨੁਭਵ ਸ਼ਰਮਾ ਦਾ ਅੰਤਮ ਸੰਸਕਾਰ ਕਰ ਰਿਹਾ। ਇਨਸਾਨੀਅਤ ਨੂੰ ਬੜੀ ਵੱਡੀ ਖਬਰ ਹੈਗੀ ਆ। ਇਸ ਨੂੰ ਇਨਸਾਨੀਅਤ ਦੀ ਖਬਰ ਕਹਿੰਦੇ ਆ। ਇਹ ਭਾਰਤ ਦਾ ਅਸਲ ਰੂਹ ਹੈਗੀ ਆ, ਇਹ ਭਾਰਤ ਦੀ ਰੂਹ ਹੈਗੀ ਆ। ਤੇ ਇੱਥੇ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਮੁਸਲਮਾਨ ਹੁਣ ਅੰਤਮ ਸੰਸਕਾਰ ਕਰਨ ਦੀਆਂ ਰਸਮਾਂ ਕਿਵੇਂ ਕੀਤੀਆਂ ਹੋਣਗੀਆਂ, ਉਹਨੇ ਕਿੱਦਾਂ ਅੱਗ ਲਾਈ ਹੋਏਗੀ, ਤਾਂ ਫਿਰ ਉਹ ਨਾਲ ਹੋਣਗੇ ਸਾਰੇ। ਪਰ ਜਿਹੜੀ ਇਹ ਤਸਵੀਰ ਹੈ ਨਾ, ਇਸ ਤਸਵੀਰ ਨੇ ਇੱਕ ਤਾਂ ਮੇਰਾ ਵੀ ਹਲ ਬਣਾਇਆ ਅੰਦਰੋਂ ਵੀ ਏਦਾਂ ਦਾ ਹੋਇਆ। ਚਲੋ ਅਨੁਭਵ ਸ਼ਰਮਾ ਨਾਲੇ ਉਹ ਪੰਡਿਤ ਜੀ ਦੀ ਮੌਤ ਹੋਈ ਆ ਕਰੋਨਾ ਕਰਕੇ, ਤੇ ਉਹਨਾਂ ਦਾ ਫਿਰ ਸੰਸਕਾਰ, ਉਹਦਾ ਮਿੱਤਰ ਸੀ ਜਿਹੜੇ ਗੁਆਂਢੀ ਸੀਗਾ। ਹੁਣ ਸਮਝ ਇਹ ਨਹੀਂ ਆਈ ਵੀ ਕੀ ਅਨੁਭਵ ਸ਼ਰਮਾ ਦੇ ਆਪਣੇ ਜਿਹੜੇ ਉਹਨਾਂ ਦੇ ਕੋਈ ਪਰਿਜਨ ਨਹੀਂ ਸੀਗੇ, ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਸੀਗੇ, ਉਹਨਾਂ ਦਾ ਪਾਪਾ ਨਹੀਂ ਸੀਗਾ ਜਿਹੜਾ ਸੰਸਕਾਰ ਕਰ ਦਿੰਦਾ ਉਹਦਾ। ਤੇ ਉੱਪਰ ਹੋਰ ਕੋਈ ਨਜ਼ਰ ਨਹੀਂ ਆਇਆ, ਉੱਥੇ ਹੋਰ ਕੋਈ ਕਿਸੇ ਨਾਂ ਨਹੀਂ ਆਇਆ ਖਬਰ ਦੇ ਵਿੱਚ। ਜੋਨਸ ਦਾ ਨਾਂ ਹੀ ਵਿੱਚ ਆਇਆ, ਜੋਨਸ ਨੇ ਉਹਦੀ ਫੋਟੋ ਜਿਹੜੀ ਲੱਗੀ ਅਖਬਾਰਾਂ ਵਿੱਚ, ਤੇ ਉਹਦਾ ਨਾਂ ਹੀ ਵਿੱਚ ਆਇਆ ਜੋਨਸ ਦਾ ਹੀ, ਤੇ ਹੋਰ ਕਿਸੇ ਦਾ ਨਾਂ ਵਿੱਚ ਕੋਈ ਆਇਆ। ਇਹਦਾ ਮਤਲਬ ਤਾਂ ਕੋਈ ਹੋਰ ਹੋਏਗਾ ਹੀ ਨਹੀਂ, ਜਾਂ ਕਿਸੇ ਨੇ ਉੱਥੇ ਹੱਥ ਨਹੀਂ ਲਾਇਆ, ਇਕੱਲਾ ਹੀ ਜੋਨਸ ਰਹਿਗਾ ਉੱਥੇ। ਉਹਨੇ ਸੰਸਕਾਰ ਕੀਤਾ ਬਿਨਾਂ ਪ੍ਰਵਾਹ ਕੀਤੇ ਵੀ ਕਰੋਨਾ ਹੈਗਾ, ਉਹਨੇ ਕੋਈ ਪ੍ਰਵਾਹ ਨਹੀਂ ਕੀਤੀ। ਚਾਵਲਾ ਸਾਹਿਬ ਜੀ। ਦੋਸਤੋ 1320 ਮੀਟਰ ਬੈਂਡ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੱਲੋਂ। ਮੇਰੇ ਨਾਲ ਕਾਲਰ ਨੇ ਪਹਿਲਾਂ ਕਾਲ ਲੈ ਲਈ ਹੈ ਕਿ ਪੰਜਾਬ ਤੋਂ ਖਬਰ ਆ ਰਹੀ ਹੈ ਕਿ ਕੋਰੋਨਾ ਕਾਰਨ 100 ਮੌਤਾਂ ਹੋਣ ਦੀ ਖਬਰ ਹੈ। ਪਟਿਆਲਾ ਕੱਲਾ ਜਿੱਥੋਂ ਇਸ ਵਕਤ ਕੀਦਾ ਸਾਹਿਬ ਸਾਡੇ ਨਾਲ ਨੇ, 40 ਮੌਤਾਂ ਉੱਥੇ ਹੋਈਆਂ ਨੇ। ਹੜਕੰਮ ਮਚਿਆ ਹੋਇਆ ਹੈ। ਸਰਕਾਰਾਂ ਅਜੇ ਵੀ ਰਾਜਨੀਤੀ ਸਿਖਰ ਦੀ ਕਰ ਰਹੀਆਂ ਨੇ। ਕਿਸੇ ਨੇ ਹਾ ਦਾ ਨਾਰਾ ਖੁੱਲ੍ਹ ਕੇ ਮਾਰਿਆ ਜਾਂ ਨਹੀਂ ਮਾਰਿਆ ਦੀ ਵੀ ਗੱਲ ਕਰਾਂਗੇ। ਉਹ ਸ਼ਿਵ ਸੈਨਾ ਕਹਿੰਦੀ ਹੈ ਕਿ ਸਵਰਗ ਦਿਖਾਉਣ ਦਾ ਸੁਪਨਾ ਦਿਖਾ ਕੇ ਨਰਕ ਬਣਾ ਦਿੱਤਾ ਦੇਸ਼ ਨੂੰ, ਲਾਸ਼ਾਂ ਨੂੰ ਲਾਂਬੂ ਲਾਉਣਾ ਵੀ ਔਖਾ ਹੈ। ਸ਼ਿਵ ਸੈਨਾ ਕਹਿ ਰਹੀ। ਕਾਲਰ ਲੈਂਦੇ ਜੀ, ਵੈਲਕਮ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ। ਇਸ ਨੂੰ ਲਾਸ਼ਾਂ ਨੂੰ ਲਾਂਬੂ ਲਾਉਣਾ ਵੀ ਔਖਾ ਹੈ। ਸ਼ਿਵ ਸੈਨਾ ਕਹਿ ਰਹੀ। ਕਾਲਰ ਲੈਂਦੇ ਜੀ, ਵੈਲਕਮ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਦਿੰਦਾ ਵੀਰਾਂ ਨੂੰ। ਹਾਂ ਵੀਰ ਜੀ, ਤੁਸੀਂ ਜ਼ਿਕਰ ਕੀਤਾ ਵੀ ਇਹ ਜਿਹੜੇ ਗੜਦਗਾ ਲਾਉਂਦੇ ਨੇ, ਝੂਠਾਂ ਬੋਲ ਕੇ ਮਾਲ ਖਿੱਚਦੇ ਨੇ, ਜਿਹੜੇ ਵੀ ਰੋਟੀ ਮਤਲਬ ਇਹ ਖਾਂਦੇ ਆ ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ। ਤੇ ਬਾਬਾ ਜਿਹੜਾ ਨਾਨਕ ਜੀ, ਉਹ ਤਾਂ ਕਹਿ ਗਏ ਵੀ ਜਿਹੜਾ ਹੱਕ ਪਰਾਇਆ ਖਾਂਦਾ ਉਹ ਤਾਂ ਮਰਦਾਰ ਹੈ, ਉਹ ਤਾਂ ਵੈਜੀਟੇਰੀਅਨ ਹੋ ਹੀ ਨਹੀਂ ਸਕਦਾ, ਇਹ ਤਾਂ ਮਰਦਾਰ ਖਾਂਦੇ ਨੇ। ਪਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਿਨ੍ਹਾਂ ਨੇ ਪੜ੍ਹਿਆ ਹੀ ਨਹੀਂ ਉਹਨਾਂ ਨੂੰ ਕਿਹਦਾ ਅਮਲ ਹੋਣਾ? ਹਾਂਜੀ, ਤੇ ਜਿਨ੍ਹਾਂ ਨੇ ਪੜ੍ਹਿਆ ਵਾ ਉਹ ਗੋਲਕਾਂ ਚੋਰੀ ਕਰਦੇ ਨੇ। ਹਾਂ, ਦੇਖ ਲਓ, ਜਿਨ੍ਹਾਂ ਨੇ ਪੜ੍ਹਿਆ ਉਹ ਗੁਰੂ ਦੀ ਗੋਲਕ ਨੂੰ ਸ਼ਰੇਆਮ ਬੀਬੇ ਬਾਣੇ ਚੋਰੀ ਕਰਦੇ ਨੇ। ਗੁਰੂ ਦੀ ਗੋਲਕ ਦੇ ਨਾਂ ਹੇਠ ਧੰਦੇ ਚਲਾਏ ਹੋਏ ਨੇ। ਗੁਰੂ ਦੀ ਗੋਲਕ ਦੇ ਨਾਂ ਹੇਠ ਉਹਨਾਂ ਨੇ ਬੜੀਆਂ ਇੱਥੇ ਮੱਲਾਂ ਮਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਇਹ ਦੋਹੇ ਕੌਮਾਂ ਇੱਥੇ ਹੀ ਨਹੀਂ, ਦੇਸ਼ ਦੇ ਵਿੱਚ ਵੀ। ਇਹ ਤਾਂ ਉਹਨਾਂ ਵਾਸਤੇ ਆ ਜਿਹੜੇ ਆਪਣੇ, ਜਿਨ੍ਹਾਂ ਨੇ ਗੁਰੂ ਨਾਨਕ ਦੀ ਇਸ ਬਾਣੀ ਨੂੰ ਪੜ੍ਹਿਆ, ਤੇ ਜਿਨ੍ਹਾਂ ਨੇ ਭਾਈ ਨਹੀਂ ਪੜ੍ਹਿਆ ਉਹਨਾਂ ਨੂੰ ਕੀ ਪਤਾ, ਉਹਨਾਂ ਵਾਸਤੇ ਨਹੀਂ ਆ। ਉਹਨਾਂ ਦੀ ਤਾਂ ਉਸ ਤਰੀਕੇ ਨਾਲ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ ਭਈ ਚੌਥੇ ਥੰਮ ਦੇ ਤੁਸੀਂ ਕਰਤਾ ਧਰਤਾ ਹੋ ਤੇ ਲਾਹਨਤੀਓ, ਲਾਹਨਤ ਨਾ ਕਮਾਓ, ਲਾਹਨਤਾਂ ਦੇ ਟੋਕਰੇ ਨਾ ਪਾਓ। ਖਬਰ ਜਿਹੜੀ ਸਹੀ ਹੁੰਦੀ ਆ ਖਬਰ ਦਿਓ। ਦੇਖੋ ਜੀ ਬਾਈ ਜੀ, ਬੇਨਤੀ ਹੈ ਤੁਹਾਨੂੰ ਵੀ ਤੁਸੀਂ ਜਿਹੜੀ ਇਹ ਸੇਵਾ ਕਰਦੇ ਹੋ ਨਾ, ਸੱਚ ਦੀ ਬਹੁਤ ਵੱਡੀ ਸੇਵਾ ਹੈ। ਤੁਹਾਡੀ ਦਰਗਾਹ ਦੇ ਵਿੱਚ ਜੜ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੀਦਾ ਸਾਹਿਬ, ਮਿੰਟ 2-4 ਨੇ ਕੀ ਕਹਿਣਾ ਚਾਹੋਗੇ? 2 ਸਵਾਲ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, 2 ਵਿਸ਼ੇ ਨੇ ਬੜੇ ਵੱਡੇ।
ਪੰਜਾਬ ਵਿੱਚ ਕੋਰੋਨਾ ਕਾਰਨ ਲਗਾਤਾਰ ਮੌਤਾਂ 100 ਮੌਤਾਂ ਦਾ ਅੰਕੜਾ ਕਹਿ ਸਕਦੇ ਹਾਂ ਆਪਾਂ ਕਿ 100 ਮੌਤਾਂ ਮਰਨ ਵਾਲਿਆਂ ਦੇ ਵਿੱਚ ਕੋਈ ਵੀ ਕਿਸੇ ਸਾਡੇ ਦੋਸਤ ਮਿੱਤਰ ਭੈਣ ਭਰਾ ਦਾ ਰਿਸ਼ਤੇਦਾਰ ਵੀ ਹੋ ਸਕਦਾ। ਕੱਲ੍ਹ ਅਮਨ ਜੀ ਨੇ ਦੱਸਿਆ ਸੀ ਉਹਨਾਂ ਦੇ ਭੂਆ ਜੀ ਦੀ ਲੜਕੀ ਕੈਨੇਡਾ ਤੋਂ ਆਪਣੇ ਮਾਂ-ਬਾਪ ਦੀ ਸੇਵਾ ਕਰਨ ਵਾਸਤੇ ਗਈ। ਮਾਂ-ਬਾਪ ਡੈਫੀਨੇਟਲੀ ਸਿੱਖ ਸਨ। ਉਹ ਉੱਥੇ ਉਹਦੀ ਲੜਕੀ ਦੀ ਡੈਥ ਹੋ ਗਈ ਆ। ਹੁਣ ਉਹ ਪੰਜਾਬ ਦੇ ਵਿੱਚ ਇਹਨਾਂ ਇਹ ਮਰਨ ਵਾਲਿਆਂ ਦੇ ਵਿੱਚ ਗਿਣਤੀ 'ਚ ਸਾਡੇ ਪਰਿਵਾਰ ਦਾ ਇੱਕ ਮੈਂਬਰ ਵੀ ਹੈ, ਕਿਉਂਕਿ ਅਮਨ ਜੀ ਦੀ ਜੇ ਉਹ ਭੂਆ ਜੀ ਦੀ ਲੜਕੀ ਹੈ ਤਾਂ ਡੈਫੀਨੇਟਲੀ ਸਾਡਾ ਉਹਨਾਂ ਨਾਲ ਸੰਬੰਧ ਹੈ। ਅਮਨ ਜੀ ਨਾਲ ਆ ਗਿਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਕੜੇ ਦੇ ਵਿੱਚ ਸਾਡਾ ਪਰਿਵਾਰ। ਅਤੇ ਇਹ 100 ਮੌਤਾਂ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਸੁਣਦੇ ਦੋਸਤ ਮਿੱਤਰ ਸਨੇਹੀ ਉਹਨਾਂ ਦੇ ਜੋ ਕਿਸੇ ਦੇ ਵੀ ਹੋ ਸਕਦੀ। ਅੱਜ ਮੈਨੂੰ ਇੱਕ ਬੜਾ ਫੋਨ ਆਇਆ ਭਾਵਕ ਮੁੰਡੇ ਦਾ, ਵੀਰ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਸਤਿ ਸ਼੍ਰੀ ਅਕਾਲ, ਇੰਡੀਆ ਜਾਣਾ ਕੋਈ ਹੀਲਾ ਹੋ ਸਕਦਾ? ਮੈਨੂੰ ਉਹਦੀ ਆਵਾਜ਼ ਦੇ ਵਿੱਚ ਦਰਦ ਸੀ, ਤੇ ਜੇ ਉਹ ਆਵਾਜ਼ ਦੇ ਵਿੱਚ ਦਰਦ ਨਾ ਹੁੰਦਾ ਤੇ ਮੈਂ ਉਲਟਾ ਜਿਹਾ ਬੋਲਣਾ ਸੀਗਾ ਉਹਨੂੰ ਕੁਛ ਨਾ, ਪਰ ਉਹਨੇ ਦਰਦ ਦੇ ਵਿੱਚ ਗੱਲ ਕੀਤੀ। ਜਦੋਂ ਮੈਂ ਦਰਦ ਪਛਾਣਿਆ ਉਹਦਾ ਮੈਨੂੰ ਯਾਦ ਆ ਗਈ ਉਹ ਇੱਕ ਸੀਨ ਜਦੋਂ ਇੱਥੇ ਇੱਕ ਨੌਜਵਾਨ ਸਾਡਾ ਪਤਾ ਨਹੀਂ ਸੁਣਦਾ ਜਾਂ ਨਹੀਂ ਸੁਣਦਾ, ਉਹਦੇ ਮਾਤਾ ਦੀ ਚੜ੍ਹਾਈ ਚੜ੍ਹ ਗਏ। ਲੌਂਗ ਵੀਕਐਂਡ ਸੀ ਅਤੇ ਗਰਮੀਆਂ ਦਾ ਦਿਨ ਸੀ। ਕਹਿੰਦਾ ਮਾਤਾ ਦੀ ਚੜ੍ਹਾਈ ਕਰ ਗਿਆ, ਕਿਸੇ ਨੇ ਫੋਨ ਨਹੀਂ ਚੱਕਿਆ, ਰੇਡੀਓ ਟੈਲੀਵਿਜ਼ਨ ਸਾਰਿਆਂ ਨੂੰ ਕਰ ਲਿਆ, ਇੰਡੀਅਨ ਕੌਂਸਲੇਟ ਕਰਕੇ ਵੇਖਿਆ, ਮੈਂ ਹੁਣ ਤੁਹਾਨੂੰ ਕਰ ਲਿਆ ਫੋਨ। ਮੇਰੀ ਫਿਤਰਤ ਹੈ ਮੈਂ ਟਾਈਮ ਹੋਵੇ ਤਾਂ ਮੈਂ ਫੋਨ ਚੱਕ ਲੈਣਾ, ਜੇ ਮਿਸ ਵੀ ਹੋ ਜਾਵੇ ਹਾਂ ਕਾਲਰ ਆਈ ਡੀ ਬਲੌਕ ਕਰਕੇ ਕਿਸੇ ਨੇ ਕੀਤਾ ਹੋਵੇ ਤਾਂ ਫਿਰ ਨਹੀਂ ਮੈਂ ਚੱਕਦਾ। ਉਹ ਵੀ ਪਤਾ ਹੋਵੇ ਵੀ ਇਸ ਨੰਬਰ ਤੋਂ ਫੋਨ ਆਉਣ ਵਾਲਾ ਹੈ ਦਰਮਿਆਨ ਤਾਂ ਫਿਰ ਚੱਕ ਲਈਦਾ, ਕਿਉਂਕਿ ਇਹੋ ਜਿਹੇ ਕੁਝ ਬੰਦੇ ਹਨ ਆਪਾਂ ਚਲੋ ਉਹਨਾਂ ਬਾਰੇ ਕੀ ਕਹਿਣਾ। ਜਿਹੜਾ ਆਪਣਾ ਨਾਂ ਪਤਾ ਹੀ ਨਹੀਂ ਦੱਸ ਸਕਦਾ ਉਹਨੇ ਗੱਲ ਕੀ ਕਰਨੀ ਹੈ ਨਾ। ਉਹ ਕਿੰਨਾ ਕੁ ਡਰਪੋਕ ਹੋਊਗਾ ਜਾਂ ਕਿੰਨਾ ਕੁ ਉਹਨੂੰ ਕੀ ਕਹੀਏ। ਉਸ ਮੁੰਡੇ ਦਾ ਫੋਨ ਕੀਤਾ, ਕਹਿੰਦਾ ਜੀ ਮੇਰੀ ਮਾਤਾ ਦੀ ਚੜ੍ਹਾਈ ਕਰ ਗਿਆ, ਮੈਂ ਵੀਜ਼ਾ ਲੈਣਾ, ਲੌਂਗ ਵੀਕਐਂਡ ਆ। ਮੈਂ ਕਿਹਾ ਭਰਾ ਮੈਂ ਟਰਾਈ ਕਰ ਲੈਣਾ। ਇੱਥੇ ਸਰਦਾਰ ਤੀਰਥ ਸਿੰਘ ਜੀ ਕੈਨੇਡਾ ਦੇ ਵਿੱਚ ਹੀ ਰਹਿੰਦੇ, ਸ਼ਾਇਦ ਮੇਰੀ ਆਵਾਜ਼ ਸੁਣਦੇ ਹੋਣ ਜਾਂ ਨਹੀਂ ਸੁਣਦੇ ਹੋਣਗੇ। ਉਹ ਇੰਡੀਅਨ ਕੌਂਸਲੇਟ ਆਫਿਸ ਦੇ ਵਿੱਚ ਵੀਜ਼ਾ ਆਫਿਸਰ ਸੀ, ਉਹਨਾਂ ਦਾ ਨੰਬਰ ਸੀ। ਮੈਂ ਫੋਨ ਕੀਤਾ। ਦੋਸਤੋ ਮਤ ਸੋਚੋ ਕਿ ਸਾਡੀ ਚੱਲਦੀ ਚਲਾਉਂਦੀ ਹੈ ਕੋਈ, ਨੋ ਵੇ। ਕੁਦਰਤੀ ਉਹ ਮੀਟਿੰਗਾਂ ਕਰਦੇ ਸੀ ਮੀਡੀਆ ਨਾਲ, ਉਹਨਾਂ ਨੇ ਆਪਣੇ ਨੰਬਰ ਦਿੱਤੇ ਹੋਏ ਸੀ। ਅੱਜ ਵੀ ਜਦੋਂ ਅਫਸਰ ਬਦਲਦਾ ਉਹੀ ਨੰਬਰ ਹੁੰਦਾ, ਸਰਕਾਰੀ ਨੰਬਰ ਉਹੀ ਰਹਿੰਦਾ। ਫੋਨ ਕੀਤਾ, ਉਹਨਾਂ ਨੇ ਚੱਕ ਲਿਆ ਜੀ। ਮੈਂ ਕਿਹਾ ਜੀ ਇੱਦਾਂ ਕਰਕੇ ਮੈਨੂੰ ਨਹੀਂ ਪਤਾ, ਮੈਂ ਇਹ ਗੱਲ ਇਨ ਬਿਨ ਬੜੀ ਵਾਰੀ ਕਹਿ ਚੁੱਕਾ ਪਹਿਲਾਂ ਵੀ, ਇਹੀ ਗੱਲ ਹੈ, ਸੱਚਾਈ ਹੈ। ਅਤੇ ਜੇ ਅਗਲੇ ਵਾਰੀ ਵੀ ਕਹੂੰਗਾ ਤਾਂ ਇੱਥੇ ਹੀ ਹੋਣੀ ਗਾ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਨਹੀਂ ਪਤਾ। ਇੱਕ ਲਿਸਨਰ ਆ ਉਹ ਰੋਂਦਾ ਪਿਆ, ਉਹਦੀ ਮਾਤਾ ਦੀ ਚੜ੍ਹਾਈ ਕਰ ਗਏ ਅਤੇ ਉਹਨੂੰ ਵੀਜ਼ਾ ਚਾਹੀਦਾ। ਤਾਂ ਅੱਗੋਂ ਉਹਨਾਂ ਦਾ ਜਵਾਬ ਸੀਗਾ ਕਿ ਲੌਂਗ ਵੀਕਐਂਡ ਆ, ਮੇਰਾ ਤਾਂ ਡਰਾਈਵਰ ਵੀ ਹੈ ਨਹੀਂ। ਅਤੇ ਮੈਂ ਕਿਹਾ ਜੀ ਮੈਂ ਆ ਜਾਣਾ, ਮੈਂ ਤੁਹਾਨੂੰ ਲੈ ਜਾਣਾ, ਪਰ ਮੇਰੇ ਕੋਲ ਉਸ ਨੌਜਵਾਨ ਦਾ ਰੋਣਾ ਨਹੀਂ ਚੱਲਿਆ ਜਾਂਦਾ, ਕਿਉਂਕਿ ਮੈਂ ਆਪਣੇ ਖੁਦ ਦੀ ਮਾਤਾ ਜੀ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਤੋਰ ਕੇ ਆਇਆ ਸੀ। ਉਸ ਵਕਤ ਦੀ ਗੱਲ ਕਰਦਾ, ਸੰਨ 2008 ਦੀ। ਸਰਦਾਰ ਤੀਰਥ ਸਿੰਘ ਜੀ ਕਹਿੰਦੇ ਕਿ ਮੈਂ ਕੁੜਤੇ ਪਜਾਮੇ ਦੇ ਵਿੱਚ ਟੈਕਸੀ ਲੈ ਕੇ ਚੱਲਿਆ। ਅਫਸਰ ਅਸੀਂ ਕਹਿੰਦੇ ਹਾਂ ਕਿ ਕੌਂਸਲੇਟ ਆਫਿਸ ਦੇ ਵਿੱਚ ਕੰਮ ਨਹੀਂ ਹੁੰਦਾ। ਕੌਣ ਕਹਿੰਦਾ ਯਾਰ ਨਹੀਂ ਹੁੰਦਾ? ਤੁਹਾਡਾ ਜੈਨੂਨ ਕੰਮ ਆ, ਹੁੰਦਾ ਹੈ। ਬਲਕਿ ਉਹ ਤਾਂ ਕਹਿੰਦੇ ਕੋਈ ਫਰਮਾਇਸ਼ ਪਾਉਣ ਵਾਲੀ ਦੀ ਵੀ ਲੋੜ ਨਹੀਂ ਕਿਸੇ ਦੀ। ਛੱਡੋ ਬਾਸੀਆਂ ਪੁਰਾਣੀਆਂ ਗੱਲਾਂ, ਸਿੱਧੇ ਆ ਕੇ ਸਾਡੇ ਨਾਲ ਤੁਸੀਂ ਜੈਨੂਨ ਆ ਤਾਂ ਮਿਲੋ। ਇੱਕ ਸਮਾਂ ਸੀ ਕੁਝ ਲੋਕਾਂ ਨੇ ਇੰਡੀਅਨ ਕੌਂਸਲੇਟ ਨੂੰ ਆਪਣੇ ਝੋਲੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀਗਾ। ਉਦੋਂ ਸਹਿਮ ਸੀ ਲੋਕਾਂ ਨੂੰ, ਡਰ ਸੀ ਪਤਾ ਨਹੀਂ ਕਿਹੜੀ ਗੱਲ ਦਾ। ਉਦੋਂ ਵੀ ਕੰਮ ਕਰਾਉਂਦੇ ਸਨ, ਉਦੋਂ ਵੀ ਕੰਮ ਹੁੰਦੇ ਸਨ। ਸਿਰਫ ਜਾ ਕੇ ਤੁਸੀਂ ਅਫਸਰ ਨੂੰ ਆਪਣੀ ਗੱਲ ਦੱਸੋ। ਉਹ ਕਹਿੰਦੇ ਜੀ ਉਹਨਾਂ ਨੂੰ ਦੱਸ ਦਿਓ ਮੈਂ ਕੁੜਤੇ ਪਜਾਮੇ ਦੇ ਵਿੱਚ ਆ ਜਾਣ। ਥੱਲੇ ਮਤਲਬ ਸਰਕਾਰੀ ਛੁੱਟੀ ਹੁੰਦੀ ਹੈ ਪਰ ਸਟੋਰ ਚੱਲਦੇ ਹੁੰਦੇ, ਉੱਥੋਂ ਹੀ ਉਹਨੇ ਭਾਜੀ ਗੀਦਾ ਸਾਹਿਬ ਆਪਣਾ ਜਿਹੜਾ ਸੀ ਉਹ ਡਰਾਫਟ ਬਣਾਇਆ। ਨੌਜਵਾਨ ਨੂੰ ਵੀਜ਼ਾ ਲੱਗਾ, ਉਹ ਚੱਲ ਗਿਆ। ਉਹਨੇ ਇੰਡੀਆ 'ਤੇ ਜਾ ਕੇ ਆਪਣੀ ਮਾਤਾ ਦਾ ਦਾਹ ਸੰਸਕਾਰ ਕਰਕੇ ਸਪੈਸ਼ਲ ਆ ਕੇ ਧੰਨਵਾਦ ਕੀਤਾ। ਜਿੱਥੋਂ ਤੱਕ ਤੇ ਚੱਲਦੀ ਮਤਲਬ ਜਿੱਥੋਂ ਤੱਕ ਉਦੋਂ ਸਰਵਿਸ ਮਿਲਦੀ ਸੀ ਕਿਉਂਕਿ ਜਹਾਜ਼ ਚੱਲਦੇ ਸੀ ਹੈ ਨਾ। ਹੁਣ ਅੱਜ ਉਸ ਵੀਰ ਦਾ ਫੋਨ ਆਇਆ, ਦਰਦ ਸੀ ਉਹਦੀ ਆਵਾਜ਼ ਦੇ ਵਿੱਚ। ਵੇਖੋ ਇਹੋ ਜਿਹੇ ਕਿੰਨੇ ਹੋਰ ਹੋਣਗੇ, ਇਹ ਕਿੰਨਾ ਦੇ ਕਰਕੇ ਅਸੀਂ ਫਸੇ ਹੋਏ ਹਾਂ। ਉਹ ਵੀ ਮੈਂ ਗੱਲ ਨਾਲ ਹੀ ਕਰ ਦੇਣੀ ਆ, ਕਿੰਨਾ ਕਰਕੇ ਫਸੇ ਹੋਏ ਹਾਂ, ਕਿਉਂ ਫਸੇ ਹੋਏ ਹਾਂ। ਅੱਜ ਉਹ ਮੁੰਡਾ ਕਹਿੰਦਾ ਮੇਰੇ ਪਿਤਾ ਜੀ ਬਿਮਾਰ ਨੇ, ਮੈਂ ਜਾ ਕੇ ਉਹਨਾਂ ਨੂੰ ਮਿਲਣਾ ਚਾਹੁੰਦਾ, ਕੁਛ ਕਰੋ। ਮੈਂ ਕਿਹਾ ਵੀਰ ਜੇ ਫਲਾਈਟਾਂ ਹੀ ਨਹੀਂ ਉੱਡਦੀਆਂ, ਸਾਰੇ ਪਾਸਿਓਂ ਹੀ ਕੈਨੇਡਾ ਤੋਂ ਕਿਸੇ ਵੀ ਤਰੀਕੇ ਨਾਲ ਤੁਸੀਂ ਇੰਡੀਆ ਨਹੀਂ ਪਹੁੰਚ ਸਕਦੇ। ਜੇ ਤੁਸੀਂ ਪਹੁੰਚ ਸਕਦੇ ਹੁੰਦੇ ਤਾਂ ਮੈਂ ਜ਼ਰੂਰ ਤੁਹਾਨੂੰ ਗੱਲ ਕਰਦਾ। ਫਿਰ ਵੀ ਮੈਂ ਕਿਹਾ ਤੁਸੀਂ ਆਹ ਨੰਬਰ ਆ, ਇੱਕ ਟਰੈਵਲ ਏਜੰਟ ਵਾਲੇ ਕੋਈ ਜ਼ਿਆਦਾ ਇਨਫੋਰਮੇਸ਼ਨ ਹੋ ਸਕਦੀ ਹੈ ਵੀ ਕਿਸੇ ਦੇਸ਼ ਦੇ ਵਿੱਚੋਂ ਬੈਨ ਨਾ ਹੋਇਆ ਹੋਵੇ ਅਜੇ ਕੈਨੇਡਾ, ਉੱਥੋਂ ਦੀ ਟਿਕਟ ਲੈ ਕੇ ਤੁਸੀਂ ਉੱਥੋਂ ਉਸ ਦੇਸ਼ ਨੇ ਇੰਡੀਆ ਨੂੰ ਬੈਨ ਨਾ ਕੀਤਾ ਹੋਵੇ ਤੁਸੀਂ ਜਾ ਸਕਦੇ ਹੋ। ਕਿਉਂਕਿ ਐ ਜੇ ਤੁਸੀਂ ਕੈਨੇਡੀਅਨ ਜਾਂ ਇੰਡੀਅਨ ਸਿਟੀਜ਼ਨ ਹੋ ਤਾਂ ਤੁਸੀਂ ਜਾ ਸਕਦੇ ਹੋ। ਹਾਂਜੀ,
ਕਿੰਨਾ ਮੁਸ਼ਕਲ ਹੋਇਆ, ਕਾਹਦੇ ਵਾਸਤੇ ਹੋਇਆ। ਅੱਜ ਦੀ ਗੱਲ ਕੀਤਾ ਸਾ, ਸੌਰੀ ਮੈਂ 1-2 ਮਿੰਟ ਹੋਰ ਲੈਣ ਲੱਗਾ। ਅੱਜ ਹੀ ਅੰਜੂ ਜੀ ਦਾ ਫੋਨ ਆਇਆ ਕਿ ਗੱਲ ਜ਼ਰੂਰ ਕਰਿਓ, ਜੇ ਤਲ ਆ ਗਿਆ ਤੇ ਗੱਲ ਤੇ ਵੈਸੇ ਕਰਨੀ ਚਾਹੀਦੀ ਸੀ ਪਹਿਲਾਂ, ਕਿ ਅੱਜ ਵੀ ਕੁਝ ਲੋਕ 에ਅਰਪੋਰਟ ਤੇ ਆਉਂਦੇ ਨੇ, ਪ੍ਰੋਟੋਕਾਲ ਨੂੰ ਫੋਲੋ ਨਹੀਂ ਕਰ ਰਹੇ, ਜਦੋਂ ਕਿ ਸਰਕਾਰ ਜੀ ਦੇ ਨੁਮਾਇੰਦੇ ਜਾਂ ਸਰਕਾਰ ਜੀ ਦੇ ਕੁਝ ਬੰਦੇ ਸਾਨੂੰ ਸੁਣਦੇ ਹੋਣ, ਮੈਂਬਰ ਪਾਰਲੀਮੈਂਟ, MP, ਇਹਨਾਂ ਲੋਕਾਂ ਤੇ ਉੱਥੇ ਸਕੰਜਾ ਕੱਸਣ ਦੀ ਲੋੜ ਹੈ। ਜਿਹੜੇ ਪੁਰਾਣੇ ਨੇ ਉਹ ਪ੍ਰੋਟੋਕਾਲ ਨੂੰ ਫੋਲੋ ਕਰਦੇ ਨੇ, ਹੋਟਲ ਬੁੱਕ ਕਰਾਏ ਨੇ, ਕਈ ਉੱਥੋਂ ਫੁਰ ਹੋ ਜਾਂਦੇ ਨੇ, ਕਈ ਫੁਰ ਹੁੰਦੇ ਨੇ। ਉਸ ਮੁੰਡੇ ਨੇ ਅੰਜੂ ਜੀ ਨੂੰ ਗੱਲ ਸੁਣਾਈ, ਰਿਲੇਟਿਵ ਆ, ਕਹਿੰਦਾ ਜੀ ਮੈਂ ਤੇ ਬੜੇ ਸ਼ਰੀਫੀ ਦੇ ਨਾਲ ਹੋਟਲ ਜਾ ਕੇ ਬੈਠਾ, ਪਰ ਮੇਰੇ ਨਾਲ ਜਿੰਨੇ ਵੀ ਆਏ ਨੇ ਕੋਈ ਕਿਸੇ ਨੇ ਹੋਟਲ ਨਹੀਂ ਬੁੱਕ ਕਰਾਇਆ, ਉਹ ਸਿੱਧੇ ਘਰ ਪਹੁੰਚ ਗਏ ਨੇ। ਤੇ ਉਹਨਾਂ ਦੇ ਵਿੱਚੋਂ ਹੁਣ ਜੇ 2, 4, 5 ਵੀ ਜੇਕਰ ਪੀੜਤ ਹੋਣ ਜਾਂ ਇੱਕ ਵੀ ਪੀੜਤ ਹੋਵੇਗਾ ਤੇ ਉਹਨੇ ਤੇ ਫੰਕਾਰੇ ਨੇ ਕਿੰਨਿਆਂ ਨੂੰ ਵੰਡਣਾ। ਉਹਨੇ ਮਾਲ 'ਚ ਵੀ ਜਾਣਾ, ਉਹਨੇ ਗੈਸ ਵੀ ਭਰਾਉਣ ਜਾਣਾ, ਉਹਨੇ ਸਟੋਰ ਤੇ ਵੀ ਜਾਣਾ, ਉਹਨੇ ਗਰੋਸਰੀ ਕਰਨ ਵੀ ਜਾਣਾ, ਉਹਨੇ ਕਿਤੇ ਟੈਕਸੀ ਵੀ ਲਈ ਹੋਊਗੀ, ਜਾਂ ਟੈਕਸੀ ਵਾਲੇ ਦੇ ਨਾਲ ਨਹੀਂ ਤੇ ਪਰਿਵਾਰ ਦੇ ਮੈਂਬਰ ਨਾਲ ਆਇਆ ਹੋਊਗਾ, ਪਰਿਵਾਰ ਦੇ ਮੈਂਬਰ ਨੂੰ ਤਾਂ ਜਾਂਦੇ ਮਿਲ ਗਿਆ। ਜਿਵੇਂ ਹੁਣ ਆਸਟ੍ਰੇਲੀਆ ਵਾਲਿਆਂ ਨੇ ਕਹਿਤਾ ਸਾਨੂੰ ਵਿਸ਼ਵਾਸ ਹੀ ਨਹੀਂ ਗਾ ਇੰਡੀਆ ਦੀ ਜਿਹੜੀ ਹੈ ਟੈਸਟਿੰਗ ਹੋ ਰਹੀ ਹੈ, ਕਿਉਂਕਿ ਉੱਥੇ ਜਿੰਨੇ ਪਹੁੰਚੇ ਉਹਨਾਂ ਦੇ ਜਿੰਨੇ ਵੀ ਪੀੜਤ ਸਨ ਸਾਰੇ ਤੋਂ ਸਾਰੇ ਜ਼ਿਆਦਾ ਇੰਡੀਅਨਸ ਆ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਜਿਹੜੀ ਨਲਾਇਕੀ ਦੇ ਕਾਰਨ, ਜਿਨ੍ਹਾਂ ਨੂੰ ਪਤਾ ਵੀ ਹੈ ਕਿ ਸਾਨੂੰ ਲੱਛਣ ਹੈਗੇ, ਜਿਨ੍ਹਾਂ ਨੂੰ ਪਤਾ ਵੀ ਹੈ ਕਿ ਕਿਸੇ ਵੀ ਦੇਸ਼ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਅਸੀਂ ਫੋਲੋ ਕਰ ਲਈਏ, ਮਨੁੱਖਤਾ ਵਾਸਤੇ ਹੀ ਅਸੀਂ ਜੇਕਰ 10 ਦਿਨ ਇਕਾਂਤਵਾਸ ਕਰ ਲਾਂਗੇ ਤੇ ਇਹ ਵੀ ਇੱਕ ਆਪਣੇ, ਮੈਂ ਸਮਝਦਾ ਕਿ ਮਾਂ ਦੇ ਦੁੱਧ ਦਾ ਜਿਹੜਾ ਮੁੱਲ ਹੀ ਤਾਰਤਾ ਤੁਸੀਂ ਇੱਕ ਕਿਸਮ ਦਾ ਸਮਝ ਲਓ। ਤੇ ਉੱਤੋਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਇਹਨਾਂ ਨੂੰ ਡੈਫੀਨੇਟਲੀ 100% 15 ਦਿਨ ਮੈਂ ਕਹਿੰਦਾ ਕਿ ਜਿਵੇਂ ਅੱਜ ਕਰ ਦਿੱਤਾ ਨਾ ਸਪੇਨ ਵਾਲਿਆਂ ਨੇ, ਕਿ ਇੰਡੀਆ ਤੋਂ ਕੋਈ ਵੀ ਬੰਦਾ ਆਇਆ ਉਹਨੂੰ 10 ਦਿਨ ਕਿਸੇ ਵੀ ਤਰੀਕੇ ਨਾਲ ਇੰਡੀਆ ਪਹੁੰਚਿਆ, ਕਿਉਂਕਿ ਸਪੇਨ ਦੀ ਤੇ ਇੰਡੀਆ ਦੀ ਸਿੱਧੀ ਫਲਾਈਟ ਨਹੀਂ ਹੈਗੀ। ਕਹਿੰਦੇ ਜਿਸ ਵੀ ਕੰਟਰੀ ਤੋਂ ਤੁਸੀਂ ਇੰਡੀਆ ਤੋਂ ਆਏ ਹੋ, ਯੂ ਹੈਵ ਟੂ ਸਟੇ 10 days ਕੁਆਰੰਟਾਈਨ ਤੁਹਾਨੂੰ ਕਰਨਾ ਹੀ ਪੈਣਾ। ਸਾਡਿਆਂ ਨੇ ਇੱਕਦਮ ਫੈਸਲਾ ਲੈ ਲਿਆ, ਉੱਥੇ ਜਿਹੜੇ ਬੰਦੇ ਫਸੇ ਹੋਏ ਨੇ ਕੈਨੇਡੀਅਨ, ਅੱਜ ਉਹਨਾਂ ਦੇ ਫੋਨ ਆਉਂਦੇ ਨੇ, ਭਈ ਤੁਸੀਂ 15 ਦਿਨ ਹੋਟਲ 'ਚ ਠਹਿਰਾਓ ਉਹਨਾਂ ਨੂੰ, 15 ਦਿਨ ਹੋਟਲ ਤੋਂ ਬਾਅਦ ਤੁਸੀਂ ਟੈਸਟਿੰਗ ਲਾਓ, ਟੈਸਟਿੰਗ ਦੇ ਪੈਸੇ ਪਾਓ ਉੱਤੇ, ਯਕਦਮ ਤੁਸੀਂ ਬੰਦ ਕਰਕੇ ਬੰਦੇ ਜਿਹੜੇ ਉੱਥੇ ਤੁਹਾਡੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਰੋਕ ਦਿੱਤਾ, ਮਰਨ ਵਾਸਤੇ ਛੱਡ ਦਿੱਤਾ ਤੁਸੀਂ ਉਹਨਾਂ ਨੂੰ। ਪਤਾ ਨਹੀਂ ਸਾਡੀ ਸਰਕਾਰ ਦੇ ਸਲਾਹਕਾਰ ਕਿਹੋ ਜਿਹੇ ਨੇ। ਕਈ ਜ਼ਰੂਰੀ ਕੰਮਾਂ ਵਾਸਤੇ ਗਏ ਨੇ, ਕਈਆਂ ਦੇ ਮਾਂ-ਬਾਪ ਬਿਮਾਰ ਨੇ, ਕਈਆਂ ਦੇ ਭੈਣ ਭਰਾ ਬਿਮਾਰ ਨੇ, ਕਈਆਂ ਦੀ ਡੈਥ ਹੋ ਗਈ, ਉਹ ਗਏ ਨੇ ਉੱਥੇ। ਤੁਸੀਂ ਉਹਨਾਂ ਨੂੰ ਵੀ ਉੱਥੇ ਉਹਨਾਂ ਨੂੰ ਰੱਬ ਆਸਰੇ ਛੱਡ ਦਿੱਤਾ ਵੀ ਚਲੋ ਉੱਥੇ ਅਜੇ ਜੇ ਕਹਿਰ ਮੱਚਿਆ ਤੇ ਤੁਹਾਡੀ ਆਪੋਜੀਸ਼ਨ ਨੇ ਰੌਲਾ ਪਾਇਆ, ਤੁਹਾਨੂੰ ਆਪਣੀ ਕੁਰਸੀ ਦੇ ਭਾਵੇਂ ਹਿੱਲਣ ਲੱਗ ਪਏ ਤੇ ਤੁਸੀਂ ਇਹ ਫੈਸਲਾ ਲੈ ਲਿਆ। ਪਤਾ ਨਹੀਂ ਤੁਹਾਡੇ ਸਲਾਹਕਾਰ ਕਿਹੋ ਜਿਹੇ ਆ। ਹੋਟਲਾਂ ਦੇ ਵਿੱਚ ਤੁਸੀਂ 15 ਦਿਨ ਦਾ ਜਿਹੜਾ ਹੋਟਲ ਲਿਸਟਿੰਗ ਦਿੱਤੀ, ਕਦ ਲਈ ਦਿੱਤੀ ਹੈ ਤੁਸੀਂ? ਖੈਰ ਐਨੀਵੇ, ਸ਼ਿਵ ਸੈਨਾ ਕਹਿੰਦੀ ਹੈ ਕਿ ਸਵਰਗ ਦਿਖਾਉਣ ਦਾ ਸੁਪਨਾ ਦਿਖਾ ਕੇ ਨਰਕ ਬਣਾ ਦਿੱਤਾ ਦੇਸ਼ ਨੂੰ, ਲਾਸ਼ਾਂ ਨੂੰ ਲਾਂਬੂ ਬੁਲਾਉਣਾ ਵੀ ਔਖਾ ਹੈ। ਮੋਦੀ ਜੀ ਨੇ ਨਾ ਲੋਕਾਂ ਦੇ ਵਿੱਚ ਆਪਣਾ ਜਿਹੜਾ ਬਿਆਨਬਾਜ਼ੀ ਕਰਦੇ ਆ, ਬੜਾ ਹੀ ਨਵਾਂ ਭਾਰਤ ਸਿਰਜਣ ਦੀ ਗੱਲ ਕੀਤੀ ਸੀ, ਪਰ ਅਸੀਂ ਨਰਕ ਵਿੱਚ ਬਹਿ ਗਏ ਹਾਂ, ਸਾਨੂੰ ਨਰਕ ਵਿੱਚ ਪਹੁੰਚਾਤਾ। ਤੇ ਹਾਲਾਤ ਇਹ ਨੇ ਕਿ ਸਾਨੂੰ ਆਪਣੇ ਹੱਥੀਂ ਲਾਂਬੂ ਲਾਉਣਾ ਪੈ ਰਿਹਾ, ਜਗ੍ਹਾ ਨਹੀਂ ਮਿਲ ਰਹੀ, ਥਾਂ ਨਹੀਂ ਮਿਲ ਰਹੀ, ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਭਾਰਤ ਵਿੱਚ। ਕਾਫੀ ਆਲੋਚਨਾ ਕੀਤੀ ਆ ਮੋਦੀ ਜੀ ਦੀ ਸ਼ਿਵ ਸੈਨਾ ਵੱਲੋਂ। ਉਹ ਵੀ ਹਿੰਦੂਤਵ ਜਥੇਬੰਦੀ ਹੈਗੀ ਹੈ, ਵੀ ਹਿੰਦੂਤਵ ਵਾਲੀ ਗੇਮ ਖੇਡਦੇ ਆ ਭਾਜਪਾ ਵਾਲੇ, ਤੇ ਪਰ ਉਹ ਸ਼ਿਵ ਸੈਨਾ ਵਾਲਿਆਂ ਨੇ ਇਹ ਗੱਲ ਕਹਿ ਕੇ ਮੋਦੀ ਜੀ ਨੂੰ ਖੜਾ ਕੀਤਾ ਕਿ ਸਾਰੀ ਜ਼ਿੰਮੇਵਾਰੀ ਹੀ ਮੋਦੀ ਜੀ ਦੀ ਹੈ, ਇਹ ਕਰੋਨਾ ਦਾ ਐਡਾ ਕਹਿਰ ਚੱਲ ਰਿਹਾ। ਸੌਰਵ ਖੀਦਾ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਸਾਹਿਬ, ਬਹੁਤ ਧੰਨਵਾਦ, ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।